वाहिगुरु जी का खालसा वाहिगुरु जी की फतेह। पंजाबी ऑडियो बुक सुन रहे सारे ਸਰੋਤਿਆਂ ਨੂੰ प्यार भरी सत श्री अकाल। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 257। ਕਾਂਡ 17 ਸਿੰਧ ਤੇ ਸਮੁੰਦਰ ਦੇ ਸੁਪਨੇ। ਬਰਤਾਨਵੀ ਪ੍ਰਤੀਨਿਧ ਦੀਆਂ ਸਿੰਧ ਵਿੱਚ ਗਤੀਵਿਧੀਆਂ ਨੇ ਲਾਹੌਰ ਵਿੱਚ ਤੌਖਲਾ ਪੈਦਾ ਕਰ ਦਿੱਤਾ। ਦਰਬਾਰ ਇਹ ਜਾਣਨਾ ਚਾਹੁੰਦਾ ਸੀ ਕਿ ਅੰਗਰੇਜ਼ਾਂ ਨੇ 1809 ਦੀ ਸੰਧੀ ਦੇ ਕੀ ਅਰਥ ਕੱਢੇ ਹਨ, ਜਿਸ ਅਨੁਸਾਰ ਉਹਨਾਂ ਨੇ ਸਤਲੁਜ ਦੇ ਲਹਿੰਦੇ ਪਾਸੇ ਦੇ ਮੁਲਕਾਂ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ ਵਚਨ ਦਿੱਤਾ ਸੀ। ਦਰਬਾਰ ਦੇ ਕਬਜ਼ੇ ਹੇਠ ਸਤਲੁਜ ਦੇ ਦੱਖਣ ਦੇ ਇਲਾਕੇ ਨਾਲ ਸੰਬੰਧਿਤ ਵੀ ਕੁਝ ਛੋਟੇ-ਮੋਟੇ ਮਾਮਲੇ ਸਨ, ਜਿਨ੍ਹਾਂ ਬਾਰੇ ਦਰਬਾਰ ਨੂੰ ਸਪਸ਼ਟੀਕਰਨ ਦੀ ਲੋੜ ਸੀ। ਮਹਾਰਾਜੇ ਨੇ ਫਕੀਰ ਇਮਾਮ-ਉਦ-ਦੀਨ ਤੇ ਦੀਵਾਨ ਮੋਤੀ ਰਾਮ ਨੂੰ ਗਵਰਨਰ ਜਨਰਲ ਲਾਰਡ ਐਮਰਟਸ ਨਾਲ ਮੁਲਾਕਾਤ ਕਰਨ ਲਈ ਸ਼ਿਮਲੇ ਭੇਜਿਆ। ਰਾਜਦੂਤ ਗਵਰਨਰ ਜਨਰਲ ਲਈ ਤੋਹਫੇ ਲੈ ਕੇ ਗਏ ਤੇ ਉਸ ਨੂੰ ਇੰਗਲੈਂਡ ਦੇ ਬਾਦਸ਼ਾਹ ਲਈ ਅਤਿਅੰਤ ਉੱਤਰ ਕਸ਼ਮੀਰੀ ਉੱਨ ਦੀ ਕਢਾਈ ਵਾਲਾ ਤੰਬੂ ਪੇਸ਼ ਕੀਤਾ, ਪਰੰਤੂ ਉਹ ਬਿਆਨ ਕਰਨ ਤੋਂ ਬਿਨਾਂ ਹੋਰ ਕੁਝ ਨਾ ਕਹਿ ਸਕੇ ਕਿ ਸਿੰਧ ਕਿਉਂਕਿ ਸਤਲੁਜ ਦੇ ਪੱਛਮੀ ਪਾਸੇ ਹੈ, ਇਸ ਲਈ ਅੰਗਰੇਜ਼ਾਂ ਨੂੰ ਉਸ ਦੇ ਮਾਮਲੇ ਵਿੱਚ ਦਖਲ ਦੇਣ ਤੋਂ ਦੂਰ ਹੀ ਰਹਿਣਾ ਚਾਹੀਦਾ ਸੀ। ਐਮਰਸਟ ਨੇ ਆਪਣਾ ਉੱਤਰ ਸਦਭਾਵਨਾ ਪ੍ਰਗਟ ਕਰਨ ਤੱਕ ਤੇ ਮਹਾਰਾਜੇ ਦੀ ਸਿਹਤ ਬਾਰੇ ਪੁੱਛਗਿੱਛ ਤੱਕ ਹੀ ਸੀਮਤ ਰੱਖਿਆ। ਗਵਰਨਰ ਜਨਰਲ ਨੇ ਫਕੀਰ ਇਮਾਮ-ਉਦ-ਦੀਨ ਤੇ ਮੋਤੀ ਰਾਮ ਦੀ ਮੁਲਾਕਾਤ ਦੇ ਉੱਤਰ ਵਿੱਚ ਕੈਪਟਨ ਵੇਡ ਦੀ ਅਗਵਾਈ ਵਿੱਚ ਇੱਕ ਪ੍ਰਤੀਨਿਧ ਮੰਡਲ ਭੇਜਿਆ। ਮਹਾਰਾਜੇ ਨੇ ਮਈ 1827 ਵਿੱਚ ਇਸ ਦਾ ਅੰਮ੍ਰਿਤਸਰ ਵਿੱਚ ਸਵਾਗਤ ਕੀਤਾ। ਮਹਾਰਾਜੇ ਦੇ ਸਲਾਹਕਾਰ ਨੇ ਸਿੰਧ ਤੇ ਮਾਲਵੇ ਵਿੱਚ ਕੁਝ ਸ਼ਹਿਰਾਂ ਉੱਪਰ ਦਰਬਾਰ ਦੇ ਹੱਕ ਦਾ ਮਾਮਲਾ ਉਠਾਇਆ, ਪਰ ਅੰਗਰੇਜ਼ੀ ਪ੍ਰਤੀਨਿਧ ਮੰਡਲ ਨੇ ਕੋਈ ਵੀ ਟਿੱਪਣੀ ਕਰਨ ਤੋਂ ਸੰਕੋਚ ਕੀਤਾ। ਅੰਗਰੇਜ਼ਾਂ ਦੇ ਅਨਿਸ਼ਚਿਤ ਤੇ ਅਸਪਸ਼ਟ ਪ੍ਰਤੀਕਰਮ ਤੋਂ ਬਿਨਾਂ ਕੁਝ ਹੋਰ ਕਾਰਨ ਵੀ ਸਨ, ਜਿਸ ਕਰਕੇ ਦਰਬਾਰ ਵੀ ਸਿੰਧ ਬਾਰੇ ਅਗਲੀ ਕਾਰਵਾਈ ਕਰਨ ਤੋਂ ਰੁਕਿਆ ਰਿਹਾ। ਕਸ਼ਮੀਰ ਵਿੱਚ ਭਾਰੀ ਭੂਚਾਲ ਆਇਆ ਹੋਇਆ ਸੀ, ਜਿਸ ਨਾਲ ਭਾਰੀ ਮਾਲੀ ਤੇ ਜਾਨੀ ਨੁਕਸਾਨ ਹੋਇਆ ਸੀ। ਇਸ ਮਗਰੋਂ ਵਰਖਾ ਨਾ ਹੋਈ ਤੇ ਕਸ਼ਮੀਰ ਘਾਟੀ ਕਾਲ ਦੀ ਜਕੜ ਵਿੱਚ ਸੀ। ਦਰਬਾਰ ਬਹੁਤੀ ਸਹਾਇਤਾ ਨਾ ਭੇਜ ਸਕਿਆ ਕਿਉਂਕਿ ਲਾਹੌਰ ਵਿੱਚ ਹੈਜੇ ਦੀ ਮਹਾਮਾਰੀ ਫੈਲੀ ਹੋਈ ਸੀ। ਮਹਾਰਾਜੇ ਦੀ ਸਿਹਤ ਵਿੱਚ ਕਾਫੀ ਵਿਗਾੜ ਆ ਗਿਆ ਸੀ ਤੇ ਉਹ ਸ਼ਹਿਰੋਂ ਬਾਹਰ ਦਿਲਕੁਸ਼ਾ ਵਿੱਚ ਚਲਾ ਗਿਆ ਸੀ। ਭੂਚਾਲ ਕਾਲ ਤੇ ਬਿਮਾਰੀ ਮਗਰੋਂ ਕਾਂਗੜੇ ਦੇ ਅਨੁਰੋਧ ਚੰਦ ਦੀ ਸਮੱਸਿਆ ਪੈਦਾ ਹੋ ਗਈ ਸੀ ਤੇ ਫਿਰ ਉੱਤਰ ਪੱਛਮੀ ਸੀਮਾ ਤੇ ਇੱਕ ਵਿਦਰੋਹ ਹੋ ਗਿਆ ਸੀ। ਸੰਸਾਰ ਚੰਦ ਦੇ ਲੜਕੇ ਅਨੁਰੋਧ ਚੰਦ ਨਾਲ ਸਮੱਸਿਆ ਤਾਂ ਇੱਕ ਘਰੇਲੂ ਭੁਲੇਖੇ ਬਾਰੇ ਸੀ। ਡੋਗਰਾ ਭਰਾ ਲਾਹੌਰ ਦਰਬਾਰ ਵਿੱਚ ਬਹੁਤ ਸ਼ਕਤੀਸ਼ਾਲੀ ਹੋ ਗਏ ਸਨ ਤੇ ਉਹਨਾਂ ਦੇ ਪਿਤਾ ਮੀਆਂ ਸਿੰਘ, ਜਿਸ ਨੂੰ ਮਹਾਰਾਜੇ ਦੀ ਉਪਾਧੀ ਦਿੱਤੀ ਗਈ ਸੀ, ਉਸ ਨੂੰ ਉਸ ਦਾ ਆਪਣਾ ਪ੍ਰਦੇਸ਼ ਜੰਮੂ ਜਗੀਰ ਵਜੋਂ ਦੇ ਦਿੱਤਾ ਗਿਆ ਸੀ। ਉਹਦੇ ਸਾਰੇ ਪੁੱਤਰਾਂ ਤੋਂ ਵੱਧ ਸ਼ਕਤੀਸ਼ਾਲੀ ਧਿਆਨ ਸਿੰਘ, ਜੋ ਡਿਊਟੀ ਵਾਲਾ ਵੀ ਸੀ, ਮੰਤਰੀਆਂ ਦੀ ਕੌਂਸਲ ਦਾ ਮੁਖੀ ਭਾਵ ਪ੍ਰਧਾਨ ਮੰਤਰੀ ਵੀ ਸੀ। ਮਾਰਚ 1828 ਈਸਵੀ ਵਿੱਚ ਰਣਜੀਤ ਸਿੰਘ ਨੇ ਉਸ ਨੂੰ ਵਿਧੀ ਅਨੁਸਾਰ ਰਾਜਗਾਨ ਦੀ ਉਪਾਧੀ ਬਖਸ਼ਿਸ਼ ਕੀਤੀ ਤੇ ਕੁਝ ਮਹੀਨੇ ਮਗਰੋਂ ਉਸ ਦੇ ਬੇਟੇ ਹੀਰਾ ਸਿੰਘ ਨੂੰ ਰਾਜਾ ਬਣਾ ਦਿੱਤਾ ਗਿਆ। ਰਣਜੀਤ ਸਿੰਘ ਹੀਰਾ ਸਿੰਘ ਲਈ ਯੋਗ ਵਰ ਦੀ ਤਲਾਸ਼ ਲਈ ਉਤਾਵਲਾ ਸੀ। ਰਾਜਪੂਤਾਂ ਦੇ ਸ਼ਾਹੀ ਖਾਨਦਾਨਾਂ ਵਿੱਚ ਕਾਂਗੜੇ ਦੇ ਸੰਸਾਰ ਚੰਦ ਦੇ ਘਰਾਣੇ ਨਾਲੋਂ ਕੋਈ ਸ਼ੁੱਧ ਸ਼ਾਹੀ ਖਾਨਦਾਨ ਨਹੀਂ ਸੀ। ਸੰਸਾਰ ਚੰਦ 1823 ਈਸਵੀ ਦੀਆਂ ਸਰਦੀਆਂ ਵਿੱਚ ਆਪਣੇ ਮਗਰ ਬਹੁਤ ਸਾਰੇ ਬੱਚੇ, ਪਤਨੀਆਂ ਤੇ ਰਖੇਲਾਂ ਛੱਡ ਕੇ ਮਰ ਗਿਆ। ਉਸ ਦੇ ਪੁੱਤਰ ਅਨੁਰੋਧ ਚੰਦ ਦੀਆਂ 2 ਸਕੀਆਂ ਤੇ ਅਣਵਿਆਹੀਆਂ ਭੈਣਾਂ ਸਨ। ਰਣਜੀਤ ਸਿੰਘ ਨੇ ਹੀਰਾ ਸਿੰਘ ਤੇ ਅਨੁਰੋਧ ਚੰਦ ਦੀ ਇੱਕ ਭੈਣ ਵਿਚਕਾਰ ਸ਼ਾਦੀ ਦੀ ਤਜਵੀਜ਼ ਰੱਖੀ। ਅਨੁਰੋਧ ਚੰਦ ਆਪਣੇ ਪਰਿਵਾਰ ਦਾ, ਜਿਸ ਦਾ ਪੁਰਾਣਾ ਤੇ ਮਾਣ ਮੱਤਾ ਵੰਸ਼ ਸੀ, ਡੋਗਰੇ, ਜੋ ਨਵੇਂ-ਨਵੇਂ ਛਛੂਰ ਰਹੀਸ ਬਣੇ ਸਨ, ਉਹਨਾਂ ਨਾਲ ਵਿਆਹ ਸ਼ਾਦੀ ਦੇ ਸਬੰਧ ਸਥਾਪਿਤ ਕਰਨ ਲਈ ਤਿਆਰ ਨਹੀਂ ਸੀ। ਜਦੋਂ ਮਹਾਰਾਜੇ ਨੇ ਆਪਣੀ
ਬੇਕਰਾਰੀ ਦਿਖਾਈ ਤਾਂ ਅਨੁਰੋਧ ਚੰਦ ਸੀਮਾ ਪਾਰ ਕਰਕੇ ਅੰਗਰੇਜ਼ਾਂ ਦੀ ਰੱਖਿਆ ਅਧੀਨ ਚਲਾ ਗਿਆ ਤੇ ਉਸ ਨੇ ਆਪਣੀਆਂ ਦੋਵੇਂ ਭੈਣਾਂ ਨੇਪਾਲ ਦੇ ਰਾਜੇ ਨੂੰ ਵਿਆਹ ਦਿੱਤੀਆਂ। ਮਹਾਰਾਜੇ ਨੇ ਬਦਲਾ ਲੈਣ ਲਈ ਕਾਂਗੜਾ ਜ਼ਬਤ ਕਰ ਲਿਆ ਤੇ ਆਪਣੇ ਰਣਵਾਸ ਵਿੱਚ ਸੰਸਾਰ ਚੰਦ ਦੀਆਂ 2 ਲੜਕੀਆਂ ਦਾਖਲ ਕਰ ਲਈਆਂ ਜੋ ਸੁੰਦਰਤਾ ਲਈ ਬਹੁਤ ਮਸ਼ਹੂਰ ਸਨ। ਸਾਲ ਮਗਰੋਂ ਉਸ ਨੇ ਹੀਰਾ ਸਿੰਘ ਲਈ ਵੀ ਲਾੜੀ ਲੱਭ ਲਈ ਤੇ ਇਤਨਾ ਸ਼ਾਹਾਨਾ ਪੱਧਰ ਤੇ ਖਰਚ ਕੀਤਾ ਕਿ ਜਿਵੇਂ ਹੀਰਾ ਸਿੰਘ ਸ਼ਾਹੀ ਵੰਸ਼ ਦਾ ਰਾਜਕੁਮਾਰ ਹੋਵੇ। ਸੜਕਾਂ ਤੇ ਨਿਆਂ ਸੰਬੰਧੀ ਸੁਧਾਰ। ਉਹ ਸਮਾਂ ਜਦੋਂ ਸੈਨਿਕ ਕਾਰਵਾਈ ਨਾ ਹੁੰਦੀ, ਸਮੇਂ ਦੀ ਵਰਤੋਂ ਜਨਤਕ ਭਲਾਈ ਦੇ ਕੰਮਾਂ ਲਈ ਕੀਤੀ ਜਾਂਦੀ ਤੇ ਨਿਆਂ ਪ੍ਰਬੰਧ ਦੀ ਪੁਨਰ ਵਿਵਸਥਾ ਲਈ ਕੀਤੀ ਜਾਂਦੀ। ਵੱਡੇ ਨਗਰਾਂ ਨੂੰ ਜੋੜਦੀਆਂ ਸੜਕਾਂ ਬਣਵਾਈਆਂ ਜਾਂਦੀਆਂ। ਅੰਮ੍ਰਿਤਸਰ ਤੋਂ ਲਾਹੌਰ ਜਾਣ ਵਾਲੀ ਸੜਕ ਦੀ ਮੁਰੰਮਤ ਕਰਵਾਈ ਗਈ। ਸੜਕਾਂ ਦੇ ਦੋਹੇ ਪਾਸੀਂ ਦਰਖਤ ਲਗਵਾਏ ਗਏ ਤੇ ਰਸਤੇ ਤੇ ਵਿਸ਼ਰਾਮ ਘਰ ਬਣਵਾਏ ਗਏ। ਲਾਹੌਰ ਤੇ ਅੰਮ੍ਰਿਤਸਰ ਵਿੱਚ ਬਾਗ ਲਗਵਾਏ ਗਏ। ਪੰਜਾਬ ਵਿੱਚ ਕੋਈ ਲਿਖਤ ਤੇ ਨਿਸ਼ਚਿਤ ਕਾਨੂੰਨ ਨਹੀਂ ਹੋਇਆ ਕਰਦੇ ਸਨ। ਸ਼ਰੀਅਤ ਦੇ ਨਿਯਮਾਂ ਨੂੰ ਕੁਝ ਹੱਦ ਤੱਕ ਮੁਸਲਮਾਨਾਂ ਲਈ ਕਾਨੂੰਨ ਸਮਝਿਆ ਜਾਂ ਵਰਣਨ ਕੀਤਾ ਜਾ ਸਕਦਾ ਸੀ, ਪਰ ਸਮੁੱਚੇ ਪੰਜਾਬੀਆਂ ਉੱਪਰ ਸਮੇਤ ਮੁਸਲਮਾਨਾਂ ਦੇ ਚੰਗੀ ਤਰ੍ਹਾਂ ਪ੍ਰਚਲਿਤ ਰੀਤੀ ਰਿਵਾਜਾਂ ਅਨੁਸਾਰ ਕਾਨੂੰਨੀ ਵਿਵਸਥਾ ਲਾਗੂ ਕੀਤੀ ਜਾਂਦੀ ਸੀ। ਪ੍ਰਚਲਿਤ ਕਾਨੂੰਨ ਦਾ ਪ੍ਰਬੰਧ ਅਦਾਲਤਾਂ ਦਾ ਇੱਕ ਪਰੰਪਰਕ ਸਿਲਸਿਲਾ ਕਰਦਾ ਸੀ, ਜਿਸ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਹੀ ਨਿਆਂ ਦੀ ਮੁੱਖ ਤੇ ਵਿਸ਼ੇਸ਼ ਅਦਾਲਤਾਂ ਹੁੰਦੀਆਂ ਸਨ। ਜੇ ਇੱਕ ਧਿਰ ਪੰਚਾਇਤ ਦੇ ਸਾਲਸੀ ਫੈਸਲੇ ਤੋਂ ਸੰਤੁਸ਼ਟ ਨਹੀਂ ਹੁੰਦੀ ਸੀ ਤਾਂ ਉਹ ਮੁਕੱਦਮਾ ਕਾਰਦਾਰ ਦੀ ਅਦਾਲਤ ਵਿੱਚ ਜਾਂ ਵੱਡਿਆਂ ਨਗਰਾਂ ਵਿੱਚ ਨਾਜ਼ਿਮ ਕੋਲ ਅਪੀਲ ਕਰਨ ਜਾਂ ਪੁਨਰ ਵਿਚਾਰ ਲਈ ਲੈ ਜਾਂਦੇ ਸਨ। ਕਈ ਸ਼ਹਿਰਾਂ ਵਿੱਚ ਦਰਬਾਰ ਵੱਲੋਂ ਨਿਆਂ ਅਧਿਕਾਰੀ ਭਾਵ ਅਦਾਲਤੀ ਨਿਯੁਕਤ ਕੀਤੇ ਜਾਂਦੇ ਸਨ, ਜਿਨ੍ਹਾਂ ਦਾ ਇੱਕੋ ਇੱਕ ਕੰਮ ਪੰਚਾਇਤ ਦੇ ਫੈਸਲਿਆਂ ਵਿਰੁੱਧ ਅਪੀਲਾਂ ਸੁਣਨਾ ਹੁੰਦਾ ਸੀ। ਲਾਹੌਰ ਦੀ ਆਪਣੀ ਵਿਸ਼ੇਸ਼ ਤੇ ਵੱਡੀ ਅਦਾਲਤ ਹੁੰਦੀ ਸੀ, ਜਿਸ ਨੂੰ ਅਦਾਲਤ-ਏ-ਆਲਾ ਕਿਹਾ ਜਾਂਦਾ ਸੀ। ਮਹਾਰਾਜੇ ਤੇ ਉਸ ਦਾ ਦਰਬਾਰ ਸਰਵਉੱਚ ਅਦਾਲਤ ਸੀ, ਜਿੱਥੇ ਕਾਰਦਾਰ, ਨਾਜ਼ਿਮਾਂ ਤੇ ਅਦਾਲਤੀਆਂ ਦੇ ਫੈਸਲਿਆਂ ਵਿਰੁੱਧ ਅਪੀਲਾਂ ਸੁਣੀਆਂ ਜਾਂਦੀਆਂ ਸਨ ਤੇ ਇਤਰਾਜ਼ਾਂ ਉੱਪਰ ਵਿਚਾਰ ਕੀਤੀ ਜਾਂਦੀ ਸੀ। ਉਪਰੋਕਤ ਅਦਾਲਤਾਂ ਸਭ ਕਿਸਮ ਦੇ ਸਿਵਲ, ਫੌਜਦਾਰੀ, ਮਾਲੀ ਤੇ ਵਿਆਹਾਂ ਸੰਬੰਧੀ ਮੁਕੱਦਮਿਆਂ ਦੀ ਸੁਣਵਾਈ ਕਰਦੀਆਂ ਸਨ। ਅਪਰਾਧਾਂ ਦੀ ਸਜ਼ਾ ਆਮ, ਪ੍ਰਵਾਨਿਤ ਤੇ ਸਮਝੇ ਜਾਂਦੇ ਦੰਡਾਂ ਅਨੁਸਾਰ ਹੀ ਦਿੱਤੀ ਜਾਂਦੀ ਸੀ। ਮੌਤ ਦੀ ਸਜ਼ਾ ਆਮ ਤੌਰ ਤੇ ਨਹੀਂ ਦਿੱਤੀ ਜਾਂਦੀ ਸੀ। ਇਹ ਸਿਰਫ ਉਦੋਂ ਹੀ ਦਿੱਤੀ ਜਾਂਦੀ ਸੀ ਜਦੋਂ ਨਾਜ਼ਿਮ ਫੌਜੀ ਕਾਨੂੰਨ ਲਾਗੂ ਕਰ ਦਿੰਦਾ ਸੀ, ਜਿਵੇਂ ਉੱਤਰ ਪੱਛਮੀ ਸੀਮਾਂਤ ਪ੍ਰਾਂਤ ਵਿੱਚ ਐਵਿਤੇਬਾਇਲ ਨੇ ਕੀਤਾ ਸੀ। ਕਤਲ ਦੀ ਸਜ਼ਾ ਵੀ ਜਾਂ ਤਾਂ ਜੁਰਮਾਨਾ ਹੁੰਦੀ ਸੀ ਜਾਂ ਫਿਰ ਅਪਰਾਧੀ ਦੇ ਅੰਗ ਕੱਟ ਕੇ ਦਿੱਤੀ ਜਾਂਦੀ ਸੀ। ਜੇਲ੍ਹਾਂ ਆਮ ਤੌਰ ਤੇ ਰਾਜਸੀ ਕੈਦੀਆਂ ਲਈ ਹੀ ਹੁੰਦੀਆਂ ਸਨ। ਲੜਾਈ ਝਗੜੇ ਤੇ ਚੋਰੀ ਦੇ ਅਪਰਾਧਾਂ ਦੀ ਸਜ਼ਾ ਜੁਰਮਾਨੇ ਕਰਕੇ ਜਾਂ ਨੱਕ ਕੰਨ ਤੇ ਹੱਥ ਵੱਢ ਕੇ ਦਿੱਤੀ ਜਾਂਦੀ ਸੀ। ਨਿਆਂ ਬੇਢੰਗਾ ਤੇ ਗਵਾਰੂ ਸੀ, ਪਰ ਇਹ ਸਸਤਾ, ਉਪਯੋਗੀ ਤੇ ਲੋਕਾਂ ਦੇ ਸੁਭਾਅ ਤੇ ਰਵਾਇਤਾਂ ਦੇ ਅਨੁਕੂਲ ਸੀ। ਮਹਾਰਾਜਾ ਆਪ ਨਿਆਂ ਪ੍ਰਬੰਧ ਵਿੱਚ ਦਿਲਚਸਪੀ ਲੈਂਦਾ ਸੀ ਤੇ ਜੱਜਾਂ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਆਪ ਸੁਣਦਾ ਸੀ। ਉਹ ਨਿਆਂ ਦੀ ਸਥਿਤੀ ਤੋਂ ਸੰਤੁਸ਼ਟ ਸੀ। ਉਸ ਨੇ ਬਹਾਦਰ ਸਿੰਘ ਹਿੰਦੁਸਤਾਨੀ ਨੂੰ ਦੀਵਾਨੀ ਤੇ ਫੌਜਦਾਰੀ ਕਾਨੂੰਨ ਦੀ ਵਿਧੀ ਸੰਹਿਤਾ ਤਿਆਰ ਕਰਨ ਲਈ ਨਿਯੁਕਤ ਕੀਤਾ ਸੀ। ਰਾਜਕੁਮਾਰ ਸ਼ੇਰ ਸਿੰਘ ਨੂੰ ਕਾਨੂੰਨ ਦੀ ਸਿਖਲਾਈ ਦਿੱਤੀ ਗਈ ਸੀ। ਉੱਤਰ ਪੱਛਮੀ ਸੀਮਾ ਤੇ ਜਹਾਦ ਤੇ ਰਾਏ ਬਰੇਲੀ ਦੇ ਅਹਿਮਦ ਸ਼ਾਹ ਦਾ ਅੰਤ। ਨਸ਼ਿਰਦੇ ਵਿੱਚ ਕੋਈ ਹਾਰ ਦੇ 1 ਸਾਲ ਅੰਦਰ ਹੀ ਉੱਤਰ ਪੱਛਮੀ ਸੀਮਾ ਦੇ ਕਬਾਇਲੀਆਂ ਨੇ ਦਰਬਾਰ ਦੀ ਸਰਵਉੱਚਤਾ ਤੇ ਪ੍ਰਭੂਤਾ ਨੂੰ ਵੰਗਾਰ ਪਾਈ। ਵਿਦਰੋਹ ਦਾ ਗੜ੍ਹ ਸਿਤਾਣਾ ਸੀ, ਜਿਸ ਦੇ ਨਜ਼ਦੀਕ ਹੀ ਹਰੀ ਸਿੰਘ ਨਲਵੇ ਨੇ ਆਪਣੇ ਨਾਮ ਤੇ ਹਰੀਪੁਰ ਦਾ ਕਿਲ੍ਹਾ ਬਣਵਾਇਆ ਸੀ। ਮਹਾਰਾਜੇ ਦੇ ਉਸ ਦੀ ਸਹਾਇਤਾ ਲਈ ਪਹੁੰਚਣ ਤੱਕ ਕਬਾਇਲੀਆਂ ਨੇ ਨਲਵੇ ਨੂੰ ਬਹੁਤ ਤੰਗ ਕੀਤਾ। ਯਾਰ ਮੁਹੰਮਦ ਨੇ ਫਿਰ ਆਪਣੀ ਵਫ਼ਾਦਾਰੀ ਪ੍ਰਗਟ ਕੀਤੀ ਤੇ ਉਸ ਨੂੰ ਪਿਸ਼ਾਵਰ ਦੇ ਗਵਰਨਰ ਵਜੋਂ ਨਿਯੁਕਤ ਕਰ ਦਿੱਤਾ। ਪਰ 1827 ਈਸਵੀ ਦੇ ਸ਼ੁਰੂ ਵਿੱਚ ਸਾਰੀ ਉੱਤਰ ਪੱਛਮੀ ਸੀਮਾ ਵਿੱਚ ਗੜਬੜ ਸ਼ੁਰੂ ਹੋ ਗਈ। ਇਸ ਵਾਰ ਇਹ ਗੜਬੜ ਸੱਯਦ ਅਹਿਮਦ ਨੇ ਫੈਲਾਈ ਸੀ, ਜੋ ਸਿੰਧ ਰਾਹੀਂ ਹਿੰਦੁਸਤਾਨ ਤੋਂ ਚੱਲ ਕੇ
ਸਿੱਖਾਂ ਵਿਰੁੱਧ ਜਹਾਦ ਦੀ ਅਗਵਾਈ ਕਰਨ ਲਈ ਆਇਆ ਸੀ। ਪਠਾਨਾਂ ਦੇ ਮੁਲਕ ਵਿੱਚ ਪਹੁੰਚਣ ਤੋਂ ਪਹਿਲਾਂ ਸੱਯਦ ਅਹਿਮਦ ਤੇ ਉਸ ਦੇ ਦੋ ਨਾਇਬ ਸ਼ਾਹ ਇਸਮਾਇਲ ਤੇ ਮੌਲਵੀ ਅਬਦੁਲ ਹੇ ਨੇ ਸਾਰੇ ਹਿੰਦੁਸਤਾਨ ਦਾ ਦੌਰਾ ਕੀਤਾ ਤੇ ਭਾਰਤੀ ਮੁਸਲਮਾਨਾਂ ਦੇ ਵੱਡੇ ਵੱਡੇ ਜਲਸਿਆਂ ਨੂੰ ਇਕੱਠਾ ਕਰਕੇ ਸੰਬੋਧਨ ਕਰਕੇ ਰਜ਼ਾਕਾਰਾਂ ਦੀ ਫੌਜ ਤਿਆਰ ਕੀਤੀ ਤੇ ਬਹੁਤ ਸਾਰਾ ਧਨ ਇਕੱਠਾ ਕੀਤਾ। ਉਹਦੇ ਸਰਪ੍ਰਸਤਾਂ ਵਿੱਚ ਮੁਗਲ ਸਮਰਾਟ ਤੇ ਬਹੁਤ ਸਾਰੇ ਮੁਸਲਮਾਨ ਰਾਜੇ ਸਨ, ਜਿਨ੍ਹਾਂ ਵਿੱਚੋਂ ਟੋਕ ਦਾ ਨਵਾਬ ਵਧੇਰੇ ਉੱਘਾ ਸੀ। ਬਰਤਾਨਵੀ ਸਰਕਾਰ ਨੇ ਉਸ ਦੇ ਰਾਜ ਵਿਰੁੱਧ ਜਹਾਦ ਨੂੰ ਰੋਕਣ ਲਈ ਕੋਈ ਕੋਸ਼ਿਸ਼ ਨਾ ਕੀਤੀ, ਜਿਸ ਨਾਲ ਉਸ ਦੀ ਦੋਸਤੀ ਦੀ ਸੰਧੀ ਸੀ। ਹਜ਼ਾਰਾਂ ਹੀ ਸਵੈ ਇੱਛਤ ਸੈਨਿਕਾਂ ਨੂੰ ਭਾਰਤ ਵਿੱਚ ਸਿਖਲਾਈ ਦਿੱਤੀ ਗਈ, ਹਥਿਆਰਬੰਦ ਕੀਤਾ ਗਿਆ ਤੇ ਪੰਜਾਬ ਦੇ ਉੱਤਰ ਪੱਛਮੀ ਸੀਮਾ ਦੇ ਇਲਾਕੇ ਵਿੱਚ ਸਿੰਧ ਰਾਹੀਂ ਲੰਘ ਕੇ ਜਾਣ ਦੀ ਆਗਿਆ ਦਿੱਤੀ ਗਈ। ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਪੈਸੇ ਤੇ ਹਥਿਆਰ ਇਕੱਠੇ ਕਰਨ ਵਾਲੀਆਂ ਜਥੇਬੰਦੀਆਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਕੰਮ ਕਰਨ ਦੀ ਆਗਿਆ ਦਿੱਤੀ ਗਈ। ਭਾਰਤੀ ਜਹਾਦੀਆਂ ਨਾਲ ਪਠਾਨ ਕਬਾਇਲੀ ਵੀ ਰਲ ਗਏ, ਜਿਨ੍ਹਾਂ ਵਿੱਚ ਵਧੇਰੇ ਕਰਕੇ ਯੂਸਫੀ ਕਬਾਇਲੀ ਸਨ, ਜੋ ਸਦਾ ਹੀ ਪੰਜਾਬ ਵਿੱਚ ਲੁੱਟਮਾਰ ਕਰਨ ਦਾ ਬਹਾਨਾ ਭਾਲਦੇ ਰਹਿੰਦੇ ਸਨ। ਬੁਨੇਰ ਦੇ ਸੱਯਦ ਅਕਬਰ ਸ਼ਾਹ ਨੇ, ਜੋ ਆਪ ਵੀ ਇੱਕ ਯੂਸਫੀ ਸੀ, ਇਸ ਖਤਰੇ ਵਾਲੇ ਕਾਰਜ ਲਈ ਅਸ਼ੀਰਵਾਦ ਦਿੱਤਾ। ਯਾਰ ਮੁਹੰਮਦ ਨੇ ਆਪਣੇ ਅਸਥਿਰ ਸੁਭਾਅ ਅਨੁਸਾਰ ਇੱਕ ਵਾਰ ਫਿਰ ਆਪਣੇ ਵਿਸ਼ਵਾਸ ਅਨੁਸਾਰ ਜੇਤੂ ਧਿਰ ਦਾ ਸਾਥ ਦਿੱਤਾ ਤੇ ਉਹ ਸ਼ਹਿਰ ਛੱਡ ਕੇ ਭੱਜ ਗਿਆ। ਦਰਬਾਰ ਨੇ ਪਿਸ਼ਾਵਰ ਤੇ ਅਧਿਕਾਰ ਕਰਨ ਲਈ ਵਤੂਰਾ ਤੇ ਅਲਾਰਡ ਨਾਲ ਆਪਣੇ ਸਭ ਤੋਂ ਸਿਆਣੇ ਕਮਾਂਡਰਾਂ ਵਿੱਚੋਂ ਇੱਕ ਬੁੱਧ ਸਿੰਘ ਸੰਧਾਵਾਲੀਏ ਨੂੰ ਭੇਜਿਆ। ਸੱਯਦ ਅਹਿਮਦ ਦੀ ਸੰਧਾਵਾਲੀਆ ਨਾਲ ਅਟਕ ਦੇ ਨੇੜੇ ਸੈਦੋ ਦੇ ਅਸਥਾਨ ਤੇ ਟੱਕਰ ਹੋਈ। ਧਾਰਮਿਕ ਹੋਸ਼ ਦਾ ਭਲਾ ਅਨੁਸ਼ਾਸਿਤ ਸੈਨਾ ਨਾਲ ਕੀ ਮੁਕਾਬਲਾ ਸੀ। ਜਹਾਦੀਆਂ ਨੂੰ ਹਰਾ ਕੇ ਪਿਸ਼ਾਵਰ ਤੇ ਮੁੜ ਕਬਜ਼ਾ ਕਰ ਲਿਆ ਗਿਆ। ਯਾਰ ਮੁਹੰਮਦ ਨੇ ਫਿਰ ਇੱਕ ਵਾਰ ਗੋਡੇ ਤੇ ਆ ਕੇ ਮਾਫੀ ਮੰਗੀ। ਉਸ ਨੇ ਜ਼ਮਾਨਤ ਵਜੋਂ ਆਪਣਾ ਇੱਕ ਭਰਾ ਦਰਬਾਰ ਨੂੰ ਭੇਜਿਆ ਤੇ ਵਫਾਦਾਰ ਰਹਿਣ ਦਾ ਇਕਰਾਰ ਕੀਤਾ। ਮਹਾਰਾਜੇ ਨੇ ਇੱਕ ਵਾਰ ਫਿਰ ਉਸ ਨੂੰ ਮਾਫ ਕਰ ਦਿੱਤਾ। ਜਿਹਾਦੀਆਂ ਨੇ ਹਾਰ ਦਾ ਕਾਰਨ ਯਾਰ ਮੁਹੰਮਦ ਦੇ ਸਿਰ ਤੇ ਥੋਪ ਦਿੱਤਾ, ਜਿਸ ਨੂੰ ਉਹ ਸਿੱਖਾਂ ਦਾ ਸਹਿਯੋਗੀ ਕਹਿੰਦੇ ਸਨ। ਸੱਯਦ ਅਹਿਮਦ ਨੇ ਇੱਕਾ ਦੁੱਕਾ ਪੰਜਾਬੀ ਫੌਜ ਦੀਆਂ ਪਲਟਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਝੜਪਾਂ ਨੂੰ ਵਧਾ ਚੜ੍ਹਾ ਕੇ ਵੱਡੀਆਂ ਜਿੱਤਾਂ ਵਜੋਂ ਪੇਸ਼ ਕੀਤਾ ਗਿਆ ਤੇ ਭਾਰਤੀ ਮੁਸਲਮਾਨਾਂ ਨੂੰ ਖੁਸ਼ੀਆਂ ਤੇ ਜਸ਼ਨ ਮਨਾਉਣ ਲਈ ਕਿਹਾ ਗਿਆ। ਅਹਿਮਦ ਸ਼ਾਹ ਦੀਆਂ ਚਾਲਾਂ ਨੇ ਛੇਤੀ ਹੀ ਪੰਜਾਬੀਆਂ ਨੂੰ ਰੱਖਿਆਤਮਕ ਅਵਸਥਾ ਵਿੱਚ ਲਿਆ ਕੇ ਖੜਾ ਕਰ ਦਿੱਤਾ। ਜਹਾਦੀ ਮੱਖੀਆਂ ਦੇ ਦਲਾਂ ਵਾਂਗ ਪਿਸ਼ਾਵਰ ਦੇ ਇਰਦ ਗਿਰਦ ਮੁਲਕਾਂ ਵਿੱਚ ਇਕੱਠੇ ਹੋ ਗਏ। 1829 ਦੀਆਂ ਗਰਮੀਆਂ ਵਿੱਚ ਰਾਜਕੁਮਾਰ ਸ਼ੇਰ ਸਿੰਘ ਨੇ ਹੌਸਲਾ ਕੀਤਾ ਤੇ ਉਹਨਾਂ ਨੂੰ ਜ਼ਬਰਦਸਤ ਹਾਰ ਦਿੱਤੀ, ਪਰੰਤੂ ਇਸ ਹਾਰ ਨਾਲ ਵੀ ਉਹ ਪਿੱਛੇ ਨਾ ਹਟੇ। ਕੁਝ ਮਹੀਨਿਆਂ ਪਿੱਛੋਂ ਜਹਾਦੀਆਂ ਨੇ ਇੱਕ ਮੁੱਠਭੇੜ ਵਿੱਚ ਯਾਰ ਮੁਹੰਮਦ ਖਾਂ ਨੂੰ ਮਾਰ ਦਿੱਤਾ। ਉਹਨਾਂ ਨੇ ਉਹਦੇ ਭਰਾ ਸੁਲਤਾਨ ਮੁਹੰਮਦ ਨੂੰ ਵੀ ਮਾਰ ਦੇਣਾ ਸੀ, ਜੇਕਰ ਵਤੂਰਾ ਨੇ ਉਸਦੀ ਸਹਾਇਤਾ ਕਰਕੇ ਬਚਾ ਨਾ ਲਿਆ ਹੁੰਦਾ। ਸੱਯਦ ਅਹਿਮਦ ਦਾ ਹੌਸਲਾ ਵੱਧ ਗਿਆ ਤੇ ਉਸਨੇ ਹਜ਼ਾਰਾਂ ਦੀਆਂ ਪਹਾੜੀਆਂ ਵਿੱਚ ਹਰੀ ਸਿੰਘ ਨਲਵਾ ਤੇ ਅਲਾਰਡ ਦੇ ਅਧੀਨ ਫੌਜ ਤੇ ਹਮਲਾ ਕਰ ਦਿੱਤਾ। ਉਸਨੇ ਪੰਜਾਬੀਆਂ ਨੂੰ ਆਪਣੀ ਰੱਖਿਆ ਲਈ ਮਜ਼ਬੂਤ ਕਰ ਦਿੱਤਾ। ਉਹ ਅੱਗੇ ਵਧ ਗਿਆ ਤੇ ਉਸਨੇ ਪਿਸ਼ਾਵਰ ਤੇ ਮੁੜ ਕਬਜ਼ਾ ਕਰ ਲਿਆ। ਉਸਨੂੰ ਖਲੀਫਾ ਘੋਸ਼ਿਤ ਕਰ ਦਿੱਤਾ ਗਿਆ ਤੇ ਉਸ ਦੇ ਨਾਮ ਤੇ ਰੁਤਬੇ ਵਾਲੇ ਸਿੱਕੇ ਜਾਰੀ ਕਰ ਦਿੱਤੇ ਗਏ। ਇਨਸਾਫ ਪਸੰਦ, ਜਿਸ ਦੀ ਤਲਵਾਰ ਦੀ ਚਮਕ ਕਾਫਰਾਂ ਵਿੱਚ ਤਬਾਹੀ ਲਿਆ ਦਿੰਦੀ ਹੈ, ਕਿਉਂਕਿ ਉਸ ਦੇ ਝੰਡੇ ਹੇਠ ਸਾਰੇ ਭਾਰਤ, ਸਿੰਧ ਤੇ ਕਸ਼ਮੀਰ ਤੋਂ ਮੁਸਲਮਾਨ ਆਉਣੇ ਸ਼ੁਰੂ ਹੋ ਗਏ। ਉਸਨੇ ਆਪਣੇ ਆਪ ਨੂੰ ਬਾਦਸ਼ਾਹ ਸਮਝਣਾ ਤੇ ਅਖਵਾਉਣਾ ਸ਼ੁਰੂ ਕਰ ਦਿੱਤਾ। ਪਠਾਨ ਕਬਾਇਲੀ ਵਿਦੇਸ਼ੀਆਂ ਦੇ ਆਪਣੇ ਇਲਾਕੇ ਵਿੱਚ ਆਉਣ ਕਾਰਨ ਤੇ ਭੋਜਨ ਤੇ ਜਨਾਨੀ ਦੀ ਮੰਗ, ਖਾਸ ਕਰਕੇ ਜਨਾਨੀਆਂ ਦੀ ਮੰਗ ਕਾਰਨ ਪਰੇਸ਼ਾਨ ਹੋ ਉੱਠੇ। ਦਰਬਾਰ ਦੇ ਕਾਰਜ ਕਰਤਾਵਾਂ ਤੇ ਪ੍ਰਤੀਨਿਧਾਂ ਨੇ ਕਬਾਇਲੀਆਂ ਵਿੱਚ ਵੱਧਦੇ ਰੋਸ ਤੇ ਵਿਰੋਧ ਦਾ ਲਾਭ ਉਠਾਇਆ ਤੇ ਕਈ ਕਬਾਇਲੀ ਨੇਤਾਵਾਂ ਨੂੰ ਰਿਸ਼ਵਤ ਦੇ ਕੇ ਅਹਿਮਦ ਸ਼ਾਹ ਦੇ ਵਿਰੁੱਧ ਕਰ ਦਿੱਤਾ ਤੇ ਹਿੰਦੁਸਤਾਨੀਆਂ ਦਾ ਕਤਲ ਕਰਵਾ ਦਿੱਤਾ।
ਸੱਯਦ ਅਹਿਮਦ ਪਿਸ਼ਾਵਰ ਤੋਂ ਪਿੱਛੇ ਹਟ ਜਾਣ ਲਈ ਮਜਬੂਰ ਹੋ ਗਿਆ। ਸ਼ਹਿਰ ਉੱਪਰ ਰਾਜਕੁਮਾਰ ਸ਼ੇਰ ਸਿੰਘ ਨੇ ਦੁਬਾਰਾ ਅਧਿਕਾਰ ਕਰ ਲਿਆ ਤੇ ਇਹ ਸੁਲਤਾਨ ਮੁਹੰਮਦ ਖਾਂ ਨੂੰ ਦੇ ਦਿੱਤਾ ਗਿਆ। ਸੱਯਦ ਅਹਿਮਦ ਸ਼ਾਹ ਪੰਜਾਬੀਆਂ ਤੇ ਵਿਰੋਧੀ ਕਬਾਇਲੀਆਂ ਵਿਚਕਾਰ ਘਿਰ ਗਿਆ। ਉਹ ਕਗਾਮ ਵਾਦੀ ਵਿੱਚ ਬਾਲਾਕੋਟ ਦੇ ਅਸਥਾਨ ਤੇ ਸੀ ਜਦੋਂ ਸ਼ੇਰ ਸਿੰਘ ਉਸ ਉੱਪਰ ਆ ਝਪਟਿਆ। ਇੱਕ ਛੋਟੀ ਜਿਹੀ ਪਰ ਤੇਜ਼ ਝੜਪ ਵਿੱਚ ਸੱਯਦ ਸਮੇਤ ਗਾਜੀਆਂ ਦਾ ਇੱਕ ਛੋਟਾ ਜਿਹਾ ਦਲ ਖਤਮ ਕਰ ਦਿੱਤਾ ਗਿਆ। ਉਸ ਮਗਰੋਂ ਸੱਯਦ ਅਹਿਮਦ ਸ਼ਾਹ ਦੇ ਚੇਲਿਆਂ ਵਿੱਚ ਇੱਕ ਨਾਸਿਰਦੀਨ ਨਾਮ ਦੇ ਵਿਅਕਤੀਆਂ ਨੇ ਜਹਾਦ ਜਾਰੀ ਰੱਖਿਆ, ਪਰ ਉਸ ਨੂੰ ਬਹੁਤੀ ਸਫਲਤਾ ਨਾ ਮਿਲੀ। ਪਰੰਤੂ ਸੱਯਦ ਦੀ ਮੌਤ ਤੋਂ ਛੇਤੀ ਹੀ ਪਿੱਛੋਂ ਬਾਰਕਜ਼ੀ ਮੁਖੀ ਦੋਸਤ ਮੁਹੰਮਦ, ਜਿਸ ਦਾ ਕਾਬਲ ਉੱਪਰ ਰਾਜ ਸੀ, ਉਸ ਨੇ ਜਹਾਦ ਦਾ ਨਾਅਰਾ ਲਾਇਆ। ਉਹ ਆਪਣੇ ਪਰਿਵਾਰ ਦੇ ਦੂਸਰੇ ਵਿਅਕਤੀਆਂ ਵਾਂਗ ਦੋਗਲੀ ਚਾਲ ਚੱਲਣ ਵਿੱਚ ਨਿਪੁੰਨ ਸੀ। ਕਦੇ ਤਾਂ ਉਹ ਰਣਜੀਤ ਸਿੰਘ ਨੂੰ ਪਿਤਾ ਸਮਾਨ ਆਪਣਾ ਮਾਲਕ ਤੇ ਹਾਕਮ ਸਵੀਕਾਰ ਕਰਦਾ ਤੇ ਕਦੇ ਉਸ ਨੂੰ ਕਾਫਿਰ ਕਹਿ ਕੇ ਭੰਡਦਾ, ਜਿਸ ਨੂੰ ਮਾਰਿਆ ਜਾਣਾ ਚਾਹੀਦਾ ਹੈ। ਸਿੰਧ ਤੇ ਪੰਜਾਬ ਦਾ ਜਰੀ ਦਾ ਮੈਦਾਨ। ਜਦੋਂ ਪੰਜਾਬੀ ਉੱਤਰ ਪੱਛਮ ਵਿੱਚ ਜਹਾਦ ਵਿੱਚ ਰੁੱਝੇ ਹੋਏ ਸਨ ਤਾਂ ਅੰਗਰੇਜ਼ਾਂ ਨੇ ਸਿੰਧ ਉੱਪਰ ਅਗਲੀ ਚਾਲ ਚੱਲੀ ਤੇ ਪੰਜਾਬੀਆਂ ਦੇ ਉਸ ਪਾਸੇ ਵਧਣ ਦਾ ਕੋਈ ਯਤਨ ਕਰਨ ਦਾ ਹਰ ਰਾਹ ਬੰਦ ਕਰ ਦਿੱਤਾ। ਸਿੰਧ ਦਰਿਆ ਨੂੰ ਅੰਗਰੇਜ਼ੀ ਜਹਾਜ਼ਰਾਨੀ ਲਈ ਖੋਲ੍ਹਣ ਦਾ ਸਵਾਲ ਉਸ ਸਮੇਂ ਵਿਵਾਦ ਵਿੱਚ ਆਇਆ ਜਦੋਂ 1839 ਈਸਵੀ ਨੂੰ ਅਲੈਗਜ਼ੈਂਡਰ ਬਰਨਜ਼ ਨੇ ਦਰਿਆ ਤੇ ਉਸ ਦੇ ਨਾਲ ਲੱਗਦੀਆਂ ਰਿਆਸਤਾਂ ਦਾ ਗੁਪਤ ਸਰਵੇਖਣ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਉਸ ਦੀ ਦਿਲਚਸਪੀ ਨੂੰ ਸੈਨਾਪਤੀ ਸਰ ਥਾਮਸ ਨੇ ਉਤਸ਼ਾਹਿਤ ਕੀਤਾ। ਬਰਨਜ਼ ਨੂੰ ਆਪਣੀ ਪਹਿਲੀ ਮੁਹਿੰਮ ਸਿੰਧ ਦੇ ਅਮੀਰਾਂ ਦੇ ਸ਼ੱਕ ਕਰਨ ਕਰਕੇ ਛੱਡ ਦੇਣੀ ਪਈ। ਦੂਸਰੀ ਵਾਰ ਉਸ ਨੂੰ ਇੱਕ ਬਹਾਨਾ ਬਣਾ ਕੇ ਭੇਜਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਰਸਤਾ ਲੈਣ ਲਈ ਸਹਾਇਤਾ ਮਿਲ ਸਕੇ। ਇੰਗਲੈਂਡ ਦੇ ਬਾਦਸ਼ਾਹ ਨੇ ਰਣਜੀਤ ਸਿੰਘ ਦੀ ਭੇਟਾ ਕਰਨ ਲਈ 5 ਵੱਡ ਆਕਾਰੀ ਬੱਘੀ ਤੇ ਘੋੜੇ ਭੇਜੇ ਸਨ। ਗਵਰਨਰ ਜਨਰਲ ਸਿੰਧ ਵਿਚਲੇ ਅੰਗਰੇਜ਼ ਪ੍ਰਤਿਨਿਧਾਂ ਕਰਨਲ ਪੋਟਿੰਗਸ ਦੇ ਇਸ ਸੁਝਾਅ ਨਾਲ ਸਹਿਮਤ ਹੋ ਗਿਆ ਕਿ ਉਹ ਵੀ ਇਹਨਾਂ ਘੋੜਿਆਂ ਨਾਲ ਆਪਣੇ ਵੱਲੋਂ ਇੱਕ ਤੋਹਫ਼ਾ ਭੇਜੇ। ਇਹ ਇੱਕ ਵੱਡੇ ਆਕਾਰੀ ਦੀ ਬੱਘੀ ਸੀ ਜੋ ਚੰਗੀਆਂ ਸੜਕਾਂ ਨਾ ਹੋਣ ਕਾਰਨ ਕਿਸ਼ਤੀ ਰਾਹੀਂ ਹੀ ਭੇਜੀ ਜਾ ਸਕਦੀ ਸੀ। ਉਸਨੇ ਕਿਹਾ ਕਿ ਰਣਜੀਤ ਸਿੰਘ ਤੋਂ ਡਰਦੇ ਹੋਏ ਅਮੀਰ ਇਹਨਾਂ ਸੁਗਾਤਾਂ ਲਈ ਰਾਹ ਦੇਣ 'ਚ ਰੋਕ ਨਹੀਂ ਪਾਉਣਗੇ। ਕੁਝ ਘਟਨਾਵਾਂ ਪਿੱਛੋਂ ਬੇੜੀਆਂ ਦੇ ਕਾਫ਼ਲੇ ਨੇ ਆਪਣਾ ਸਫ਼ਰ 1831 ਈਸਵੀ ਵਿੱਚ ਜਹਾਜ਼ਰਾਨੀ ਲਈ ਅੰਕੜਿਆਂ ਤੇ ਜਾਣਕਾਰੀ ਦਾ ਉਲੇਖ ਕਰਨ ਲਈ ਉਪਕਰਨ ਨਾਲ ਲੈਸ ਹੋ ਕੇ ਸ਼ੁਰੂ ਕੀਤਾ। ਬਰਨਜ਼ ਨੂੰ ਇਹ ਆਦੇਸ਼ ਵੀ ਦਿੱਤਾ ਗਿਆ ਕਿ ਉਹ ਸਿੰਧ ਦੇ ਮਾਮਲਿਆਂ ਜਿਵੇਂ ਰਾਜਨੀਤੀ, ਅਮੀਰਾਂ ਦੀ ਫੌਜੀ ਤਾਕਤ ਤੇ ਉਹਨਾਂ ਦੇ ਦਰਿਆ ਸਿੰਧ ਅੰਗਰੇਜ਼ੀ ਬੇੜੀਆਂ ਲਈ ਖੋਲ੍ਹਣ ਬਾਰੇ ਵਿਚਾਰ ਇਤਿਆਦ ਜਾਣ ਦੀ ਕੋਸ਼ਿਸ਼ ਕਰੇ। ਦਰਬਾਰ ਨੇ ਲਹਿਣਾ ਸਿੰਘ ਮਜੀਠੀਆ ਨੂੰ ਬਰਨਜ਼ ਦੇ ਪੰਜਾਬ ਵਿੱਚ ਦਾਖਲ ਹੋਣ ਸਮੇਂ ਸਵਾਗਤ ਲਈ ਭੇਜਿਆ। ਉਹ ਇੱਕੋ ਇੱਕ ਸਰਦਾਰ ਸੀ ਜਿਸ ਦੀ ਵਿਗਿਆਨ ਵਿੱਚ ਰੁਚੀ ਸੀ। ਬਰਨਜ਼ ਜੁਲਾਈ 1831 ਦੇ ਮਗਰਲੇ ਅੱਧ ਵਿੱਚ ਲਾਹੌਰ ਪਹੁੰਚਿਆ। ਮਹਾਰਾਜਾ ਨੇ ਉਸ ਨਾਲ ਖੁੱਲ੍ਹੇ ਮਨ ਨਾਲ ਗੱਲਾਂ ਕੀਤੀਆਂ। ਉਸ ਨੇ ਅੰਗਰੇਜ਼ ਨੂੰ ਦੱਸਿਆ ਕਿ ਕਿਵੇਂ ਦਰਬਾਰ ਨੇ ਸਦਾ ਹੀ ਅੰਗਰੇਜ਼ਾਂ ਦਾ ਸਾਥ ਦਿੱਤਾ ਹੈ ਤੇ ਉਸ ਨੇ ਸਾਫ਼ ਇਹ ਵੀ ਪੁੱਛ ਲਿਆ ਕਿ ਅੰਗਰੇਜ਼ੀ ਸਰਕਾਰ ਦਾ ਦਰਬਾਰ ਦੇ ਸਿੰਧ ਬਾਰੇ ਉਦੇਸ਼ਾਂ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ। ਬਰਨਜ਼ ਨੇ ਸਿੱਧਾ ਉੱਤਰ ਦੇਣ ਤੋਂ ਟਾਲਾ ਕੀਤਾ ਤੇ ਕਿਹਾ ਕਿ ਉਹ ਮਹਾਰਾਜੇ ਦੇ ਵਿਚਾਰ ਗਵਰਨਰ ਜਨਰਲ ਤੱਕ ਪਹੁੰਚਾ ਦੇਵੇਗਾ। ਬਰਨਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਟਿੰਗ ਨੂੰ ਸ਼ਿਮਲੇ ਜਾ ਕੇ ਮਿਲਿਆ ਤੇ ਇਹ ਸੂਚਨਾ ਦਿੱਤੀ ਕਿ ਸਿੰਧ ਦਾ ਮਾਰਗ ਖੋਲ੍ਹੇ ਜਾਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਸਿੰਧ ਦੇ ਅਮੀਰ ਪੰਜਾਬੀਆਂ ਤੋਂ ਭੈਭੀਤ ਹਨ ਤੇ ਉਹ ਅੰਗਰੇਜ਼ੀ ਜਹਾਜ਼ਰਾਨੀ ਲਈ ਰਸਤਾ ਦੇਣ ਦੇ ਹੱਕ ਲਈ ਸਹਿਮਤ ਹੋ ਜਾਣਗੇ ਜੇਕਰ ਉਹਨਾਂ ਨੂੰ ਪੰਜਾਬੀ ਗੁਆਂਢੀ ਤੋਂ ਸੁਰੱਖਿਆ ਦਿੱਤੀ ਜਾਵੇ।
ਲਾਰਡ ਵਿਲੀਅਮ ਬੈਂਟਿੰਗ ਨੇ ਲੁਧਿਆਣੇ ਵਿੱਚ ਆਪਣੇ ਪ੍ਰਤੀਨਿਧ ਵੇਡ ਦੇ ਜਿੰਮੇ ਲਾਇਆ ਕਿ ਉਹ ਮਹਾਰਾਜੇ ਨੂੰ ਪ੍ਰੇਰਨਾ ਦੇਵੇ ਕਿ ਉਹ ਗਵਰਨਰ ਜਨਰਲ ਨੂੰ ਪੰਜਾਬ ਆਉਣ ਦਾ ਸੱਦਾ ਪੱਤਰ ਭੇਜੇ। ਇਹ ਸਹਿਮਤੀ ਬਣੀ ਕਿ ਦੋਹਾਂ ਦੀ ਮੁਲਾਕਾਤ 25 ਅਕਤੂਬਰ 1831 ਨੂੰ ਰੋਪੜ ਦੇ ਅਸਥਾਨ 'ਤੇ ਹੋਵੇਗੀ। ਬਹੁਤ ਸਾਰੇ ਚਸ਼ਮਦੀਦ ਗਵਾਹਾਂ ਨੇ ਰੋਪੜ ਵਿੱਚ ਹੋਈ ਮੁਲਾਕਾਤ ਨੂੰ ਪੰਜਾਬ ਦੇ ਜਰੀ ਦੇ ਮੈਦਾਨ ਨਾਲ ਤੁਲਨਾ ਕਰਦਿਆਂ ਵਰਣਨ ਕੀਤਾ ਹੈ। ਉਸ ਸਮੇਂ ਕਵਾਇਦ, ਸਵਾਗਤ, ਨਾਚ ਗਾਣੇ ਤੇ ਪੀਣ ਪਿਲਾਉਣ ਦੀਆਂ ਮਹਿਫਲਾਂ ਸਨ। ਜਦੋਂ ਦਰਬਾਰ ਦੇ ਦਰਬਾਰੀ ਮੁਲਾਕਾਤੀ ਪ੍ਰਾਹੁਣਿਆਂ ਨੂੰ ਆਪਣੇ ਸੋਨੇ ਤੇ ਹੀਰਿਆਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹਨਾਂ ਨੂੰ ਪੰਜਾਬ ਦੇ ਦਰਿਆ ਵਿੱਚ ਬੇੜੀਆਂ ਰਾਹੀਂ ਸਫ਼ਰ ਕਰਨ ਦੇ ਲਾਭਾਂ ਬਾਰੇ ਜਾਣਕਾਰੀ ਦੇ ਕੇ ਪ੍ਰਭਾਵਿਤ ਕਰ ਰਹੇ ਸਨ। ਮਹਾਰਾਜੇ ਨੇ ਉਹਨਾਂ ਨੂੰ ਸਾਫ਼ ਸੁਥਰਾ ਪੁੱਛਿਆ ਕਿ ਉਹ ਸਿੰਧ ਉੱਪਰ ਅਧਿਕਾਰ ਕਰਨਾ ਚਾਹੁੰਦੇ ਹਨ। ਬੇਂਟਿੰਗ ਨੇ ਕਿਹਾ, ਨਹੀਂ, ਗੱਲਬਾਤ ਤਾਂ ਸੰਧੀ ਦਾ ਮਨੋਰਥ ਸਿਰਫ ਵਪਾਰਕ ਹੈ ਤੇ ਪੰਜਾਬ ਦੇ ਬਹਾਵਲਪੁਰ ਨਾਲ ਝਗੜੇ ਦਾ ਤੇ ਸਿੰਧ ਉੱਪਰ ਆਪਣਾ ਅਧਿਕਾਰ ਕਰਨ ਦਾ ਕੀ ਹੋਵੇਗਾ। ਬੈਂਟਿੰਗ ਨੇ ਇਸ ਬਾਰੇ ਵਿਸਥਾਰ ਨਾਲ ਕੁਝ ਵੀ ਨਾ ਕਿਹਾ, ਪਰ ਇਹ ਜ਼ਰੂਰ ਕਿਹਾ ਕਿ ਦਰਬਾਰ ਆਪਣੀ ਦੱਖਣੀ ਸੀਮਾ ਨੂੰ ਆਖਰੀ ਸੀਮਾ ਸਮਝੇ। ਹਫ਼ਤਾ ਭਰ ਦੀਆਂ ਫਜ਼ੂਲ ਖਰਚੀ ਪਿੱਛੋਂ ਮਹਾਰਾਜੇ ਨੂੰ ਸਿਰਫ ਸਦੀਵੀ ਮਿੱਤਰਤਾ ਦਾ ਭਰੋਸਾ ਮਿਲਿਆ। ਮਹਾਰਾਜੇ ਦੇ ਬੈਂਟਿੰਗ ਨਾਲ ਸ਼ਰਾਬਨੋਸ਼ੀ ਦੇ ਦੌਰੇ ਨੂੰ ਉਹਦੇ ਆਪਣੇ ਲੋਕਾਂ ਨੇ ਠੀਕ ਨਾ ਸਮਝਿਆ। ਬਹੁਤ ਸਾਰੇ ਦਰਬਾਰੀਆਂ ਨੇ ਅੰਗਰੇਜ਼ਾਂ ਨਾਲ ਕੋਈ ਸਮਝੌਤਾ ਕਰਨ ਦੀ ਸੂਝ ਸਿਆਣਪ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਤੇ ਨਿਹੰਗ ਬੇਝਿਜਕ ਹੋ ਕੇ ਵਿਰੋਧ ਕਰਨ ਲੱਗੇ। ਕੁਝ ਸਮੇਂ ਲਈ ਮਹਾਰਾਜਾ ਵੀ ਇਸ ਗੱਲ ਨਾਲ ਸਹਿਮਤ ਹੋ ਗਿਆ ਕਿ ਰੋਪੜ ਵਿੱਚ ਸਮੇਂ ਤੇ ਧਨ ਦੀ ਹੀ ਬਰਬਾਦੀ ਹੋਈ ਸੀ। ਡਾਕਟਰ ਜੋਜ਼ਫ ਵੁਲਫ, ਜੋ ਇੱਕ ਯਹੂਦੀ ਤੇ ਇੰਜੀਲ ਦਾ ਪ੍ਰਚਾਰਕ ਬਣਿਆ ਸੀ, ਉਸ ਨੂੰ ਮਹਾਰਾਜੇ ਨੇ ਇੱਕ ਮੁਲਾਕਾਤ ਵਿੱਚ ਪੁੱਛਿਆ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਧਰਮ ਦੀ ਖਾਤਰ ਯਾਤਰਾ ਕਰਦੇ ਹੋ, ਪਰ ਕੀ ਤੁਸੀਂ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਨੂੰ ਕੋਈ ਉਪਦੇਸ਼ ਨਹੀਂ ਦਿੰਦੇ ਜਿਨ੍ਹਾਂ ਦਾ ਕੋਈ ਧਰਮ ਹੀ ਨਹੀਂ ਹੈ। ਡਾਕਟਰ ਵੁਲਫ ਨੇ ਗੱਲਬਾਤ ਨੂੰ ਧਰਮ ਵਾਲੇ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ ਤੇ ਪੁੱਛਿਆ ਕਿ ਆਦਮੀ ਰੱਬ ਦੇ ਨਜ਼ਦੀਕ ਕਿਵੇਂ ਪਹੁੰਚ ਸਕਦਾ ਹੈ। ਮਹਾਰਾਜੇ ਨੇ ਤਿੱਖੇ ਵਿਅੰਗਮਈ ਅੰਦਾਜ਼ ਵਿੱਚ ਕਿਹਾ, ਆਦਮੀ ਰੱਬ ਦੇ ਨੇੜੇ ਅੰਗਰੇਜ਼ਾਂ ਨਾਲ ਦੋਸਤੀ ਕਾਇਮ ਕਰਕੇ ਭਾਵ ਸੰਧੀ ਕਰਕੇ ਆ ਸਕਦਾ ਹੈ, ਜਿਵੇਂ ਮੈਂ ਪਿੱਛੇ ਜਿਹੇ ਲਾਰਡ ਨਵਾਬ ਸਾਹਿਬ ਨਾਲ ਕਰਕੇ ਕੀਤਾ ਹੈ। ਰੋਪੜ ਦੀ ਮੁਲਾਕਾਤ ਦੇ ਕੁਝ ਮਹੀਨਿਆਂ ਪਿੱਛੋਂ ਬਰਨਜ਼ ਨੂੰ ਸਿੰਧ ਦੇ ਆਸ-ਪਾਸ ਦੇ ਇਲਾਕੇ ਦੀ ਖੋਜ ਪੜਤਾਲ ਲਈ ਭੇਜਿਆ ਗਿਆ। ਇਸ ਵਾਰ ਉਹਦਾ ਮਨੋਰਥ ਅਫ਼ਗ਼ਾਨਿਸਤਾਨ ਦੇ ਕਬਾਇਲੀ ਖੇਤਰਾਂ ਦਾ ਜਾਇਜ਼ਾ ਲੈਣਾ ਸੀ। ਸ਼ੱਕ ਦੂਰ ਕਰਨ ਲਈ ਉਸ ਨੇ ਸਰਕਾਰੀ ਪਦ ਨੂੰ ਪਾਸੇ ਕਰਕੇ ਇਹ ਮਸ਼ਹੂਰ ਕਰ ਦਿੱਤਾ ਕਿ ਉਹ ਖੁਸ਼ਕੀ ਦੇ ਰਸਤੇ ਆਪਣੇ ਵਤਨ ਇੰਗਲੈਂਡ ਜਾ ਰਿਹਾ ਸੀ। ਉਸ ਨੇ ਮਹਾਰਾਜੇ ਨੂੰ ਇੱਕ ਪੁਰਾਣੇ ਮਿੱਤਰ ਦੇ ਨਾਤੇ ਪੰਜਾਬ ਵਿੱਚੋਂ ਦੀ ਸਫ਼ਰ ਕਰਨ ਦੀ ਆਗਿਆ ਮੰਗੀ। ਉਸ ਨੂੰ ਝਟਪਟ ਹੀ ਆਗਿਆ ਦੇ ਦਿੱਤੀ ਗਈ। ਦਰਿਆ ਸਿੰਧ ਦੇ ਖੋਲ੍ਹਣ ਦੇ ਵਿਸ਼ੇ 'ਤੇ ਦੁਬਾਰਾ ਗੱਲਬਾਤ ਹੋਈ। ਮਹਾਰਾਜੇ ਨੇ ਮੰਨਿਆ ਕਿ ਭਾਵੇਂ ਪੰਜਾਬ ਨੂੰ ਕੁਝ ਲਾਭ ਹੋਣਗੇ, ਪਰ ਉਹ ਇਸ ਗੱਲ ਨੂੰ ਠੀਕ ਨਹੀਂ ਸਮਝਦਾ ਸੀ ਕਿ ਉਸ ਦੇ ਇਲਾਕੇ ਵਿੱਚ ਹਰ ਪਾਸੇ ਬੇੜੀਆਂ ਰਾਹੀਂ ਸਫ਼ਰ ਕੀਤਾ ਜਾਵੇ। ਉਸ ਨੂੰ ਅੰਗਰੇਜ਼ ਸਰਕਾਰ ਨਾਲ ਟਕਰਾਓ ਦਾ ਡਰ ਸੀ। ਜਦੋਂ ਬਰਨਜ਼ ਉੱਤਰ ਪੱਛਮ ਵਿੱਚ ਅਫ਼ਗ਼ਾਨਿਸਤਾਨ ਵਿੱਚ ਆਪਣਾ ਆਧਾਰ ਬਣਾਉਣ ਲਈ ਗਿਆ ਤਾਂ ਵੇਡ ਲਾਹੌਰ ਵਿੱਚ ਮਹਾਰਾਜੇ ਨੂੰ ਵਪਾਰਕ ਸੰਧੀ ਉੱਪਰ ਦਸਤਖਤ ਕਰਾਉਣ ਦੇ ਮਨੋਰਥ ਨਾਲ ਮਨਾਉਣ ਲੱਗਾ। ਹੈਦਰਾਬਾਦ ਤੇ ਖੈਰਪੁਰ ਦੇ ਅਮੀਰਾਂ ਨੇ ਅਪ੍ਰੈਲ ਵਿੱਚ ਸੰਧੀ 'ਤੇ ਦਸਤਖਤ ਕਰ ਦਿੱਤੇ। ਹੁਣ ਕੋਈ ਅਜਿਹਾ ਕਾਰਜ ਨਹੀਂ ਸੀ ਜੋ ਦਰਬਾਰ ਕਰ ਸਕਦਾ ਸੀ। 26 ਦਸੰਬਰ 1832 ਈਸਵੀ ਨੂੰ ਮਹਾਰਾਜੇ ਨੇ ਵੀ ਇਸ ਸੰਧੀ 'ਤੇ ਮੁਹਰ ਲਾ ਦਿੱਤੀ ਤੇ ਇਸ ਤਰ੍ਹਾਂ ਸਮੁੰਦਰ ਵੱਲ ਵਧਣ ਲਈ ਪੰਜਾਬ ਦੀ ਇੱਛਾ ਦਾ ਤਿਆਗ ਕਰ ਦਿੱਤਾ। ਕਾਂਡ 18 ਹਿਮਾਲਿਆ ਤੋਂ ਪਾਰ ਤਿੱਬਤ ਤੱਕ। ਅੰਗਰੇਜ਼ਾਂ ਨਾਲ ਖਿੱਚੋਤਾਣ। ਉੱਪਰੋਂ ਤਾਂ ਦਰਬਾਰ ਅਤੇ ਅੰਗਰੇਜ਼ਾਂ ਦੇ ਸੰਬੰਧ ਮਿੱਤਰਤਾਪੂਰਨ ਹੋ ਗਏ, ਪਰ ਵੈਰ ਵਿਰੋਧ ਦੀ ਅੰਤਰਧਾਰਾ ਹੁਗਲੀ ਤੇ ਰਾਵੀ ਦੀ ਤਹਿ ਵਾਂਗ ਵਗਣੀ ਸ਼ੁਰੂ ਹੋ ਗਈ। ਕਲਕੱਤਾ ਵਿੱਚ ਇਹ ਭਾਵਨਾ ਜ਼ੋਰ ਫੜ ਰਹੀ ਸੀ ਕਿ ਦੇਰ ਸਵੇਰ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ ਹੀ ਪਵੇਗਾ। ਇਸ ਲਈ ਪੰਜਾਬੀਆਂ ਨੂੰ ਨਾਮੁਨਾਸਿਬ ਤੌਰ 'ਤੇ ਵਧੇਰੇ ਤਾਕਤਵਰ ਬਣਨ ਨਹੀਂ ਦਿੱਤਾ ਜਾਵੇਗਾ।
ਸਿੰਧ ਦੇ ਅਮੀਰਾਂ ਨਾਲ ਗੱਲਬਾਤ ਕਰਕੇ ਤੇ ਕੁਝ ਇੱਕ ਨੂੰ ਦਬਾ ਕੇ ਸੰਧੀ ਕਰਨ ਲਈ ਤਿਆਰ ਕਰ ਲਿਆ ਗਿਆ ਸੀ ਤੇ ਹੁਣ ਅਫਗਾਨਾਂ ਕੋਲ ਵੀ ਉਹ ਤਜਵੀਜ਼ਾਂ ਲੈ ਕੇ ਪਹੁੰਚ ਕੀਤੀ ਜਾ ਰਹੀ ਸੀ। ਮਹਾਰਾਜੇ ਨਾਲ ਵਿਖਾਵੇ ਮਾਤਰ ਦੋਸਤੀ ਕਾਇਮ ਰੱਖੀ ਗਈ ਸੀ, ਪਰੰਤੂ ਪੰਜਾਬ ਨੂੰ ਸਾਰਿਆਂ ਪਾਸਿਆਂ ਤੋਂ ਘੇਰਾ ਪਾ ਲਿਆ ਗਿਆ ਸੀ। ਜਦੋਂ ਉਚਿਤ ਹੋਇਆ ਇਸ ਦੇ ਦੁਆਲੇ ਦੋਸਤੀ ਦੀ ਗਲਵੱਕੜੀ ਪਾ ਕੇ ਸੰਘੀ ਘੁੱਟ ਦਿੱਤੀ ਜਾਵੇਗੀ। ਰਣਜੀਤ ਸਿੰਘ ਇਤਨਾ ਚਤੁਰ ਤੇ ਸੋਝੀਵਾਨ ਸੀ ਕਿ ਉਸ ਨੂੰ ਸਦਭਾਵਨਾ ਦੇ ਖਾਲੀ ਸੰਕੇਤਾਂ ਜਾਂ ਹਾਵਾਂ ਭਾਵਾਂ ਨਾਲ ਛਲਿਆ ਨਹੀਂ ਜਾ ਸਕਦਾ ਸੀ। ਅਜੇ ਵੀ ਪੰਜਾਬੀ ਪਸਾਰਵਾਦ ਇਤਨਾ ਧਮਾਕਾ ਖੇਜ ਸੀ ਕਿ ਬਾਹਰਲੀਆਂ ਰੋਕਾਂ ਤੇ ਬੰਦਿਸ਼ਾਂ ਪ੍ਰਤੀ ਇਸ ਦੀ ਪ੍ਰਤੀਕਿਰਿਆ ਹਿੰਸਕ ਹੋ ਜਾਣ ਦੀ ਸੰਭਾਵਨਾ ਸੀ। ਦਰਬਾਰ ਵੱਲੋਂ ਮੋੜਵੀਂ ਚਾਲ ਦੇ ਤੌਰ ਤੇ ਸਿੰਧ ਦੇ ਅਮੀਰਾਂ ਨੂੰ ਅੰਗਰੇਜ਼ਾਂ ਵਿਰੁੱਧ ਉਤਸ਼ਾਹਿਤ ਕਰਨਾ ਸੀ। ਜੇ ਪੰਜਾਬੀ ਕੁਝ ਚੁੱਪ ਰਹਿੰਦੇ ਤਾਂ ਸ਼ਾਇਦ ਉਹਨਾਂ ਦੀ ਕੂਟਨੀਤੀ ਵਧੇਰੇ ਸਫਲ ਹੁੰਦੀ, ਪਰੰਤੂ ਮਹਾਰਾਜਾ ਲਗਾਤਾਰ ਸ਼ਿਕਾਰਪੁਰ ਉੱਪਰ ਹਮਲਾ ਕਰਕੇ ਅਧਿਕਾਰ ਕਰ ਲੈਣ ਦੀਆਂ ਗੱਲਾਂ ਕਰਦਾ ਰਹਿੰਦਾ ਸੀ, ਜਿਹੜਾ ਸਿੰਧ ਦੇ ਦਿਲ ਨੂੰ ਤਿੱਖੇ ਸਿਰੇ ਵਾਲੇ ਫਾਨੇ ਨਾਲ ਚੀਰਨ ਵਾਂਗ ਸੀ। ਸਿੰਧੀ ਕੁਦਰਤੀ ਹੀ ਪੰਜਾਬੀਆਂ ਉੱਪਰ ਵਿਸ਼ਵਾਸ ਨਹੀਂ ਕਰਦੇ ਸਨ ਤੇ ਸਿਰਫ ਉਹਨਾਂ ਦਾ ਮਨੋਰਥ ਪੰਜਾਬੀਆਂ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਣਾ ਸੀ। ਅਫਗਾਨ ਸੀਮਾ ਤੇ ਦਰਬਾਰ ਨੇ ਸ਼ਾਹ ਸੁਜਾ ਨੂੰ ਇੱਕ ਹੋਰ ਯਤਨ ਕਰਕੇ ਤਖ਼ਤ ਹਾਸਿਲ ਕਰਨ ਲਈ ਬਾਰਕਜ਼ੀਆਂ ਨੂੰ ਤਖ਼ਤ ਤੋਂ ਉਤਰਨ ਲਈ ਉਕਸਾਇਆ ਸੀ, ਜਿਨ੍ਹਾਂ ਨਾਲ ਅੰਗਰੇਜ਼ ਵਪਾਰਕ ਸੰਧੀਆਂ ਬਾਰੇ ਗੱਲਬਾਤ ਕਰ ਰਹੇ ਸਨ। ਦਰਬਾਰ ਨੇ ਹਿਰਾਤ 'ਚੋਂ ਆਏ ਏਲਚੀਆਂ ਦਾ ਸਵਾਗਤ ਕੀਤਾ ਤੇ ਅੰਗਰੇਜ਼ਾਂ ਨੂੰ ਇਹ ਵੀ ਦੱਸ ਦਿੱਤਾ ਕਿ ਰੂਸੀ ਵੀ ਪੰਜਾਬੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਸਨ। ਨੇਪਾਲ ਤੋਂ ਰਾਜਦੂਤ ਆਏ ਤੇ ਉਹਨਾਂ ਦਾ ਵੀ ਲਾਹੌਰ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ ਤੇ ਲਾਹੌਰ ਵਿੱਚ ਸਨਮਾਨ ਕੀਤਾ ਗਿਆ। ਮਰਹੱਟਾ ਮੁਖੀਆਂ ਤੇ ਨਿਜ਼ਾਮ ਹੈਦਰਾਬਾਦ ਨਾਲ ਸ਼ਿਸ਼ਟਾਚਾਰ ਮੰਡਲਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਅੰਗਰੇਜ਼ੀ ਸਰਕਾਰ ਨੇ ਸਤਲੁਜ ਦੇ ਪਾਰ ਦੇ ਇਲਾਕਿਆਂ ਵਿੱਚ ਦਰਬਾਰ ਦੇ ਦਾਅਵਿਆਂ ਬਾਰੇ ਵਿਚਾਰ ਚਰਚਾ ਕੀਤੀ। ਇਹਨਾਂ ਦੀ ਪੜਤਾਲ ਕੀਤੀ ਗਈ ਕਿ ਅਨੰਦਪੁਰ, ਚਮਕੌਰ, ਕੀਰਤਪੁਰ ਤੇ ਮਾਛੀਵਾੜਾ ਵਰਗੇ ਯੁੱਧ ਦੀ ਨੀਤੀ ਪੱਖੋਂ ਮਹੱਤਵਹੀਣ ਸ਼ਹਿਰਾਂ ਤੇ ਦਰਬਾਰ ਦਾ ਦਾਅਵਾ ਪ੍ਰਵਾਨ ਕਰ ਲਿਆ ਗਿਆ, ਪਰੰਤੂ ਅਤੀ ਮਹੱਤਵਪੂਰਨ ਸ਼ਹਿਰ ਫਿਰੋਜ਼ਪੁਰ ਜੋ ਲਾਹੌਰ ਤੋਂ ਸਿਰਫ 40 ਮੀਲ ਦੂਰ ਸੀ, ਸਤਲੁਜ ਦੇ ਮਹੱਤਵਪੂਰਨ ਪੱਤਨ ਤੇ ਸੀ, ਉਸ ਤੇ ਦਰਬਾਰ ਦਾ ਦਾਅਵਾ ਰੱਦ ਕਰ ਦਿੱਤਾ ਗਿਆ। ਇਹ ਕਦਮ ਅੰਗਰੇਜ਼ ਸੈਨਾਪਤੀਆਂ ਦੀ ਸਲਾਹ ਤੇ ਲਿਆ ਗਿਆ ਸੀ, ਜੋ ਮਹਿਸੂਸ ਕਰਦੇ ਸਨ ਕਿ ਲੁਧਿਆਣਾ ਪੰਜਾਬ ਵਿਰੁੱਧ ਕਾਰਵਾਈ ਲਈ ਸੈਨਾ ਦਾ ਟਿਕਾਣਾ ਬਣਾਏ ਜਾਣ ਲਈ ਲਾਹੌਰ ਤੋਂ ਬਹੁਤ ਦੂਰ ਸੀ। ਅੰਗਰੇਜ਼ੀ ਸੈਨਾ ਫਿਰੋਜ਼ਪੁਰ ਵੱਲ ਲਿਆਂਦੀ ਗਈ ਤੇ ਸ਼ਹਿਰ ਦੀ ਕਿਲ੍ਹੇਬੰਦੀ ਕੀਤੀ ਗਈ। ਮਹਾਰਾਜੇ ਨੇ ਸਿਰ ਤੇ ਮੰਡਰਾ ਰਿਹਾ ਖਤਰਾ ਭਾਂਪ ਲਿਆ। ਉਸ ਨੇ ਟਿੱਪਣੀ ਕੀਤੀ ਕਿ ਉਹ ਬਹੁਤ ਨੇੜੇ ਆ ਗਏ ਹਨ। ਦਰਬਾਰ ਨੇ ਉਹਨਾਂ ਦੀ ਚਾਲ ਦਾ ਜਵਾਬ ਕਸੂਰ ਦੀ ਕਿਲ੍ਹੇਬੰਦੀ ਕਰਕੇ ਕੀਤਾ, ਜੋ ਦਰਿਆ ਦੇ ਦੂਸਰੇ ਕਿਨਾਰੇ ਫਿਰੋਜ਼ਪੁਰ ਦੇ ਸਾਹਮਣੇ ਸੀ। ਲੱਦਾਖ ਦੀ ਜਿੱਤ। ਜਦੋਂ ਅੰਗਰੇਜ਼ਾਂ ਨੇ ਪੂਰਬ ਵਿੱਚ ਉਹਨਾਂ ਲਈ ਖਤਰਾ ਬਣ ਰਹੇ ਸਨ ਤੇ ਪੱਛਮ ਵੱਲ ਉਹਨਾਂ ਨੂੰ ਰੋਕ ਰਹੇ ਸਨ, ਪੰਜਾਬੀ ਉਸ ਪਾਸੇ ਵੱਲ ਨਿਕਲ ਤੁਰੇ ਜਿਸ ਦੀ ਸੰਭਾਵਨਾ ਦਾ ਅੰਗਰੇਜ਼ਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਸੀ। ਉਹ ਕਸ਼ਮੀਰ ਦੀਆਂ ਹਿਮਾਲਾ ਪਹਾੜੀਆਂ ਵਿੱਚੋਂ ਲੱਦਾਖ ਵੱਲ ਵਧੇ। ਜਨਰਲ ਜ਼ੋਰਾਵਰ ਸਿੰਘ ਨੂੰ ਕਿਸ਼ਤਵਾੜ ਵਿੱਚ ਨਿਯੁਕਤ ਕੀਤਾ ਗਿਆ। ਸ਼ਾਹੀ ਪਰਿਵਾਰ ਦੇ ਘਰੇਲੂ ਝਗੜੇ ਦਾ ਲਾਭ ਉਠਾ ਕੇ ਉਹ ਰਿਆਸਤ ਵਿੱਚ ਦਾਖਲ ਹੋ ਗਿਆ। ਉਸ ਨੇ ਤਖ਼ਤ ਦੇ ਇੱਕ ਤਾਂਗੀ ਨੂੰ 30,000 ਸਾਲਾਨਾ ਲਾਹੌਰ ਦਰਬਾਰ ਨੂੰ ਕਰ ਦੇਣ ਬਦਲੇ ਗੱਦੀ ਤੇ ਬਿਠਾ ਦਿੱਤਾ ਤੇ ਕੁਝ ਫੌਜੀ ਮਹੱਤਵ ਦੇ ਕਿਲ੍ਹਿਆਂ ਤੇ ਅਧਿਕਾਰ ਕਰ ਲਿਆ। 1836 ਈਸਵੀ ਦੀ ਸਿਆਲੂ ਰੁੱਤ ਵਿੱਚ ਜ਼ੋਰਾ ਸਿੰਘ ਨੇ ਲੱਦਾਖ ਤੋਂ ਪ੍ਰਾਪਤ ਕੀਤਾ ਨਜ਼ਰਾਨਾ ਮਹਾਰਾਜੇ ਦੀ ਭੇਟਾ ਕੀਤਾ ਤੇ ਫਿਰ ਉਸ ਨੇ ਮਹਾਰਾਜੇ ਤੋਂ ਅੱਗੇ ਅਸਕਰੂਦ ਤੇ ਹਮਲਾ ਕਰਨ ਦੀ ਆਗਿਆ ਮੰਗੀ ਤਾਂ ਜੋ ਚੀਨ ਨਾਲ ਸਾਂਝੀ ਸੀਮਾ ਬਣ ਸਕੇ। ਮਹਾਰਾਜੇ ਨੇ ਉਸ ਨੂੰ ਕੁਝ ਸਮੇਂ ਲਈ ਰੁਕਣ ਲਈ ਕਿਹਾ। ਲੁਧਿਆਣੇ ਵਿੱਚ ਅੰਗਰੇਜ਼ ਪ੍ਰਤੀਨਿਧ ਪੰਜਾਬ ਸੀਮਾ ਦੇ ਵਿਸਥਾਰ ਪ੍ਰਤੀ ਗੁੱਸੇ ਵਿੱਚ ਸੀ ਤੇ ਉਸ ਨੇ ਬੇਦਖਲ ਸ਼ਾਹੀ ਪਰਿਵਾਰ ਦੀ ਸ਼ਿਕਾਇਤ ਨੂੰ ਹਮਦਰਦੀ ਨਾਲ ਸੁਣਿਆ। ਦਰਬਾਰ ਨੇ ਉਸ ਨੂੰ ਯਾਦ ਦਿਲਾਇਆ ਕਿ ਵਿਚਾਰ ਗੋਚਰਾ ਇਲਾਕਾ
ਸਤਲੁਜ ਦੇ ਇਸ ਪਾਸੇ ਸੀ। ਪ੍ਰਤੀਨਿਧ ਨੇ ਇਸ ਦਲੀਲ ਵੱਲ ਕੋਈ ਧਿਆਨ ਨਾ ਦਿੱਤਾ ਤੇ ਉਸਨੇ ਆਪਣੀ ਸਰਕਾਰ ਨੂੰ ਪੰਜਾਬੀਆਂ ਦੀ ਚੀਨ ਨਾਲ ਸਾਂਝੀ ਸੀਮਾ ਦੇ ਖਤਰੇ ਤੋਂ ਜਾਣੂ ਕਰਾਇਆ ਤੇ ਉਹ ਲੱਦਾਖੀ ਜਲਾਵਤਨਾਂ ਨਾਲ ਹਮਦਰਦੀ ਪ੍ਰਗਟ ਕਰਦਾ ਰਿਹਾ। ਪੱਛਮੀ ਸੀਮਾ। ਜਦੋਂ ਜ਼ੋਰਾਵਰ ਸਿੰਘ ਪੰਜਾਬ ਦਾ ਝੰਡਾ ਉੱਤਰ ਵੱਲ ਝੁਲਾ ਰਿਹਾ ਸੀ ਤਾਂ ਮਹਾਰਾਜਾ ਅਫਗਾਨਾਂ ਦੇ ਇਲਾਕੇ ਵੱਲ ਰਾਜ ਦੀ ਸੀਮਾ ਵਧਾ ਰਿਹਾ ਸੀ। ਦਰਬਾਰ ਨੇ ਸ਼ਾਹ ਸੁਜਾ ਨੂੰ ਕਾਬਲ ਦੀ ਗੱਦੀ ਤੇ ਬਿਠਾਉਣ ਲਈ ਉਹ ਸ਼ਰਤਾਂ ਅੱਗੇ ਰੱਖੀਆਂ ਜੋ ਕੋਈ ਸਵੈ ਅਭਿਮਾਨੀ ਅਫਗਾਨ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੋ ਸਕਦਾ ਸੀ। ਉਸ ਨੂੰ ਸਦਾ ਲਈ ਮੁਲਤਾਨ, ਡੇਰਾ ਗਾਜੀ ਖਾਂ, ਡੇਰਾ ਇਸਮਾਇਲ ਖਾਂ, ਮਨਕੇਰਾ ਤੇ ਪੇਸ਼ਾਵਰ ਜੋ ਪੰਜਾਬੀਆਂ ਦੇ ਅਧੀਨ ਸਨ ਤੇ ਜਿਨ੍ਹਾਂ ਲਈ ਸ਼ਾਹ ਸੁਜਾ ਆਪਣਾ ਦਾਅਵਾ ਤਿਆਗ ਦੇਣ ਲਈ ਤਿਆਰ ਸੀ, ਉੱਪਰ ਆਪਣਾ ਦਾਅਵਾ ਤਿਆਗ ਦੇਣ ਲਈ ਕਿਹਾ ਗਿਆ ਤੇ ਨਾਲ ਹੀ ਖਿਰਾਜ ਦੇ ਰੂਪ ਵਿੱਚ ਘੋੜਿਆਂ ਤੇ ਫਲਾਂ ਆਦਿ ਦੇ ਰੂਪ ਵਿੱਚ ਤੋਹਫੇ ਭੇਟ ਕਰਨ ਲਈ ਸਹਿਮਤੀ ਦੇਣ ਲਈ ਵੀ ਕਿਹਾ ਗਿਆ। ਇਸ ਤੋਂ ਬਿਨਾਂ ਉਹ ਕੁਝ ਅਜਿਹੀਆਂ ਧਾਰਾਵਾਂ ਵੀ ਸਨ ਜਿਨ੍ਹਾਂ ਅਨੁਸਾਰ ਉਸ ਤੋਂ ਮੰਗ ਕੀਤੀ ਗਈ ਸੀ ਕਿ ਉਹ ਗਊ ਹੱਤਿਆ ਤੇ ਪਾਬੰਦੀ ਲਾਵੇ ਤੇ ਨਾਲ ਹੀ ਬੁੱਤ ਸ਼ਿਕਨ ਮਹਿਮੂਦ 800 ਸਾਲ ਪਹਿਲਾਂ ਜਿਹੜੇ ਸੋਮਨਾਥ ਮੰਦਰ ਦੇ ਚੰਦਨ ਦੀ ਲੱਕੜੀ ਦੇ ਦਰਵਾਜ਼ੇ ਗਜਨੀ ਲੈ ਕੇ ਗਿਆ ਸੀ, ਉਹ ਹਵਾਲੇ ਕਰਨ ਦੀ ਮੰਗ ਕੀਤੀ ਗਈ। ਸੁਜਾ ਨੇ ਇਹਨਾਂ ਸ਼ਰਤਾਂ ਨੂੰ ਅਪ੍ਰਵਾਨ ਤਾਂ ਨਾ ਕੀਤਾ, ਪਰ ਉਸ ਨੇ ਆਪਣੇ ਆਪ ਇੱਕ ਹੋਰ ਕੋਸ਼ਿਸ਼ ਕਰਕੇ ਤਾਕਤ ਹਥਿਆਉਣ ਦਾ ਫੈਸਲਾ ਕਰ ਲਿਆ। ਸ਼ਾਹ ਸੁਜਾ ਨੂੰ ਕੁਝ ਸਹਾਇਤਾ ਸਿੰਧ ਦੇ ਅਮੀਰਾਂ ਤੋਂ ਮਿਲੀ ਤੇ ਉਸ ਨੂੰ ਇਹ ਭਰੋਸਾ ਵੀ ਦਿੱਤਾ ਗਿਆ ਕਿ ਉਹ ਜਦੋਂ ਹੀ ਉਹ ਅਫਗਾਨਿਸਤਾਨ ਵਿੱਚ ਦਾਖਲ ਹੋਵੇਗਾ ਤਾਂ ਕਬਾਇਲੀ ਵਿੱਚ ਉਹਦੇ ਸਨਮਾਨ ਲਈ ਬਗਾਵਤ ਹੋ ਜਾਏਗੀ। ਜਦੋਂ ਉਸ ਨੇ ਦਰਿਆ ਸਿੰਧ ਪਾਰ ਕੀਤਾ ਤਾਂ ਬਹੁਤ ਸਾਰੇ ਕਬਾਇਲੀ ਸਰਦਾਰਾਂ ਨੇ ਉਸ ਨਾਲ ਮਿਲ ਜਾਣ ਦਾ ਆਪਣਾ ਇਕਰਾਰ ਤਾਂ ਦੁਹਰਾਇਆ, ਪਰ ਉਹ ਆਪਣੇ ਕਿਲਿਆਂ ਚੋਂ ਬਾਹਰ ਨਾ ਨਿਕਲੇ। ਉਹ ਵਚਨਬੱਧ ਹੋਣ ਤੋਂ ਪਹਿਲਾਂ ਜੇਤੂ ਧਿਰ ਬਾਰੇ ਨਿਸ਼ਚਿਤ ਹੋਣਾ ਚਾਹੁੰਦੇ ਸਨ। ਕੰਧਾਰ ਵਿੱਚ ਇੱਕ ਸੰਖੇਪ ਜਿਹੇ ਟਾਕਰੇ ਮਗਰੋਂ ਸ਼ਾਹ ਸੁਜਾ ਦੀਆਂ ਫੌਜਾਂ ਨੂੰ ਦੋਸਤ ਮੁਹੰਮਦ ਤੇ ਉਹਦੇ ਭਰਾਵਾਂ ਨੇ ਬੁਰੀ ਤਰ੍ਹਾਂ ਹਰਾ ਦਿੱਤਾ। ਸੁਜਾ ਸਿੰਧ ਦੇ ਰਸਤੇ ਪਿਛਲੇ ਪੈਰੀ ਮੁੜ ਗਿਆ ਤੇ ਉਹ ਆਪਣੀ 600 ਪਤਨੀਆਂ ਨੂੰ ਲੁਧਿਆਣੇ ਜਾ ਮਿਲਿਆ। ਜਦੋਂ ਸੁਜਾ ਤੇ ਦੋਸਤ ਮੁਹੰਮਦ ਕਾਬਲ ਦੇ ਤਖਤ ਲਈ ਝਗੜਾ ਕਰ ਰਹੇ ਸਨ ਤਾਂ ਦਰਬਾਰ ਨੇ ਸੁਲਤਾਨ ਮੁਹੰਮਦ ਖਾਂ ਨੂੰ ਪੇਸ਼ਾਵਰ ਤੋਂ ਕੱਢ ਦਿੱਤਾ ਤੇ ਸ਼ਹਿਰ ਵਿੱਚ ਪੰਜਾਬੀ ਸੈਨਾ ਨੇ ਕਿਲ੍ਹੇਬੰਦੀ ਕਰ ਲਈ। ਹਰੀ ਸਿੰਘ ਨਲਵਾ, ਜਿਸ ਨੂੰ ਸਖਤ ਬੇਰਹਿਮ ਪ੍ਰਬੰਧਕ ਮੰਨਿਆ ਜਾਂਦਾ ਸੀ, ਉਸ ਨੂੰ ਸੀਮਾ ਨੂੰ ਮਜ਼ਬੂਤ ਕਰਨ ਲਈ ਨਿਯੁਕਤ ਕਰ ਦਿੱਤਾ ਗਿਆ। ਪਠਾਨ ਮੈਦਾਨੀ ਲੋਕਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸਨ। ਪੰਜਾਬੀਆਂ ਉੱਪਰ ਤਦ ਤੱਕ ਘਾਤ ਲਾ ਕੇ ਤੇ ਲੁਕ ਕੇ ਵਾਰ ਕਰਦੇ ਰਹੇ ਜਦ ਤੱਕ ਨਲਵਾ ਸਰਦਾਰ ਨੇ ਉਹਨਾਂ ਪਿੰਡਾਂ ਨੂੰ ਉਜਾੜ ਕੇ ਬਦਲਾ ਨਾ ਲੈ ਲਿਆ ਜਿਨ੍ਹਾਂ ਦੇ ਖੇਤਰ ਵਿੱਚ ਜੁਰਮ ਕੀਤੇ ਜਾਂਦੇ ਸਨ। ਕੁਝ ਹੀ ਮਹੀਨਿਆਂ ਵਿੱਚ ਕਬਾਇਲੀ ਇਲਾਕੇ ਵਿੱਚ ਮੁਕੰਮਲ ਸ਼ਾਂਤੀ ਤੇ ਸੁੰਨਸਾਨ ਵਰਤ ਗਈ ਤੇ ਨਲਵੇ ਦਾ ਨਾਮ ਪਠਾਨਾਂ ਲਈ ਹਊਆ ਬਣ ਗਿਆ। ਬਗਾਵਤ ਰੋਕਣ ਲਈ ਨਲਵੇ ਨੇ ਕਿਲ੍ਹਿਆਂ ਦਾ ਨਿਰੰਤਰ ਸਿਲਸਿਲਾ ਉਸਾਰਿਆ ਤੇ ਇਸ ਤਰ੍ਹਾਂ ਹਰ ਕਿਲ੍ਹੇ ਤੋਂ ਅਗਲਾ ਕਿਲ੍ਹਾ ਦਿਖਾਈ ਦਿੰਦਾ ਸੀ। ਜਿਹੜੇ ਦੋ ਕਿਲ੍ਹੇ ਸਭ ਤੋਂ ਪਹਿਲਾਂ ਬਣਾਏ ਗਏ ਉਹ ਦर्रा ਖੈਬਰ ਦੇ ਨੇੜੇ ਸਨ। ਸਬਕਦਰ ਦੇ ਕਿਲ੍ਹੇ ਵਿੱਚ ਲਹਿਣਾ ਸਿੰਘ ਸੰਧਾਵਾਲੀਆ ਦੇ ਅਧੀਨ 1900 ਤੇ ਜਮਰੌਦ ਵਿੱਚ ਮਹਾਂ ਸਿੰਘ ਦੇ ਅਧੀਨ 600 ਸੈਨਿਕ ਰੱਖੇ ਗਏ ਸਨ। ਪਿਸ਼ਾਵਰ ਉੱਪਰ ਦਰਬਾਰ ਦੇ ਕਬਜ਼ੇ ਕਰਨ ਤੇ ਨਲਵੇ ਵੱਲੋਂ ਖੈਬਰ ਦੇ ਦर्रे ਨੇੜੇ ਕਿਲ੍ਹਿਆਂ ਦੀ ਉਸਾਰੀ ਨਾਲ ਦੋਸਤ ਮੁਹੰਮਦ ਗੁੱਸੇ ਵਿੱਚ ਆ ਗਿਆ। ਉਸ ਨੇ ਮਹਾਰਾਜੇ ਨੂੰ ਖੈਬਰ ਖੇਤਰ ਖਾਲੀ ਕਰ ਦੇਣ ਲਈ ਕਈ ਅਪਮਾਨਜਨਕ ਅਸ੍ਰਿਸ਼ਟਤਾ ਭਰੇ ਪੱਤਰ ਲਿਖੇ। ਉਸ ਨੇ ਆਪਣੇ ਆਪ ਹੀ ਅਮੀਰ ਉਲ ਮੋਏਮਨੀਨ ਦੀ ਉਪਾਧੀ ਧਾਰਨ ਕਰ ਲਈ ਤੇ ਕਬਾਇਲੀਆਂ ਨੂੰ ਇੱਕ ਹੋਰ ਧਰਮ ਯੁੱਧ ਲੜਨ ਲਈ ਭੜਕਾਇਆ। ਦਰਬਾਰ ਵੱਲੋਂ ਦੋਸਤ ਮੁਹੰਮਦ ਨਾਲ ਗੱਲਬਾਤ ਕਰਨ ਲਈ ਫਕੀਰ ਅਜੀਜ਼ੁੱਦੀਨ ਤੇ ਅਮਰੀਕਨ ਜੋਸੀਆ ਹਾਰਲਾ, ਜਿਸ ਨੇ ਅਫਗਾਨਾਂ ਕੋਲੋਂ ਨੌਕਰੀ ਕੀਤੀ ਸੀ, ਭੇਜਿਆ ਗਿਆ। ਹਾਰਲਾ ਨੇ ਆਪਣੇ ਦੂਤ ਮੰਡਲ ਦੀ
ਉਦੇਸ਼ ਪ੍ਰਾਪਤੀ ਦੀ ਇਉਂ ਜਾਣਕਾਰੀ ਦਿੱਤੀ। ਮੈਂ ਦੋਸਤ ਮੁਹੰਮਦ ਦੇ ਭਰਾਵਾਂ ਨੂੰ ਉਹਦੀ ਅਮੀਰੀ ਵਿਰੁੱਧ ਉਹਨਾਂ ਦੀ ਈਰਖਾ ਉਤੇਜਿਤ ਕਰਕੇ ਉਹਨਾਂ ਵਿੱਚ ਫੁੱਟ ਪਾ ਦਿੱਤੀ। ਮੈਂ ਸੁਲਤਾਨ ਮੁਹੰਮਦ ਖਾਂ ਨੂੰ, ਜੋ ਥੋੜ੍ਹਾ ਚਿਰ ਪਹਿਲਾਂ ਪਿਸ਼ਾਵਰ ਦੀ ਗਵਰਨਰੀ ਤੋਂ ਹਟਿਆ ਸੀ, ਉਸ ਨੂੰ ਆਪਣੇ 10,000 ਸੇਵਕਾਂ ਨਾਲ ਉਹਦੇ ਡੇਰੇ 'ਚੋਂ ਨੱਠ ਜਾਣ ਲਈ ਉਕਸਾਇਆ। ਉਹ ਸਰਦਾਰ ਮੇਰੇ ਨਾਲ ਸਿੱਖ ਡੇਰੇ ਵਿੱਚ ਚਲਾ ਗਿਆ ਤੇ ਉਹਦੇ ਪੈਰੋਕਾਰ ਆਪਣੇ ਪਹਾੜੀ ਕਿਲਿਆਂ ਵਿੱਚ ਚਲੇ ਗਏ। ਹਾਰਲਾ ਅੱਗੇ ਵਰਣਨ ਕਰਦਾ ਹੈ ਕਿ ਦੋਸਤ ਮੁਹੰਮਦ ਕਾਬਲ ਚਲਾ ਗਿਆ ਤੇ ਦੁਖੀ ਮਨ ਨਾਲ ਸੈਨਿਕ ਪ੍ਰਸਿੱਧੀ ਦੀ ਨਿੰਦਿਆ ਕਰਦਾ ਹੋਇਆ ਕੁਰਾਨ ਦੇ ਅਧਿਐਨ ਵਿੱਚ ਖੁੱਭ ਗਿਆ। ਦੋਸਤ ਮੁਹੰਮਦ ਦੀ ਸੰਸਾਰਿਕ ਇੱਛਾਵਾਂ ਤੋਂ ਨਿਰਾਸ਼ਤਾ ਨਾਲ ਉੱਤਰ ਪੱਛਮੀ ਸੀਮਾ 'ਤੇ ਕੁਝ ਸਮੇਂ ਲਈ ਖਿੱਚੋਤਾਣ ਘਟ ਗਈ। ਇਸ ਨਾਲ ਦਰਬਾਰ ਨੂੰ ਆਪਣੀ ਦੱਖਣੀ ਸੀਮਾ ਵੱਲ ਧਿਆਨ ਦੇਣ ਦਾ ਮੌਕਾ ਮਿਲ ਗਿਆ। ਅਮੀਰ, ਜੋ ਅੰਗਰੇਜ਼ਾਂ ਨਾਲ ਵਪਾਰਕ ਸੰਬੰਧ ਬਣਾਉਣ ਤੋਂ ਹੀ ਝਿਜਕ ਰਹੇ ਸਨ, ਉਹਨਾਂ ਨੂੰ ਰਾਜਸੀ ਪ੍ਰਭੂਤਾ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਉਹਨਾਂ ਦੇ ਦਰਬਾਰ ਨਾਲ ਇਲਹਾਕ ਦਾ ਇੱਕ ਮੌਕਾ ਉਸ ਸਮੇਂ ਆਇਆ ਜਿਸ ਨੂੰ ਟਾਲਦੇ ਆਏ ਸਨ, ਜਦ ਉਹਨਾਂ ਨੇ ਸਿੰਧ ਤੇ ਸਤਲੁਜ ਦੇ ਸੰਗਮ 'ਤੇ ਵਸੀ ਹੋਈ ਇੱਕ ਮਜਾਰੀ ਨਾਮ ਦੀ ਜਾਤੀ ਨੂੰ ਮੁਲਤਾਨ ਦੇ ਦੱਖਣ ਵਿੱਚ ਪੰਜਾਬੀ ਰੱਖਿਆ ਚੌਂਕੀ 'ਤੇ ਹਮਲਾ ਕਰਨ ਲਈ ਉਕਸਾਇਆ ਤੇ ਇਸ ਤਰ੍ਹਾਂ ਸਿੰਧੀਆਂ ਦੇ ਮਾਮਲੇ ਵਿੱਚ ਪੰਜਾਬੀ ਦਖਲ-ਅੰਦਾਜ਼ੀ ਆਪ ਹੀ ਸਹੇੜ ਲਈ। ਰਾਜਕੁਮਾਰ ਤੇ ਸਾਵਣ ਮੱਲ ਨੂੰ ਮਜਾਰੀ ਲੋਕਾਂ ਨੂੰ ਤੇ ਉਹਨਾਂ ਚੁੱਕਣਾ ਦੇਣ ਵਾਲਿਆਂ ਨੂੰ ਸਜ਼ਾ ਦੇਣ ਦਾ ਹੁਕਮ ਦਿੱਤਾ ਗਿਆ। 1838 ਈਸਵੀ ਦੀਆਂ ਗਰਮੀਆਂ ਨੂੰ ਦਰਬਾਰ ਦੀਆਂ ਫੌਜਾਂ ਨੇ ਮਿਠਨਕੋਟ ਤੇ ਰੋਜਨ 'ਤੇ ਅਧਿਕਾਰ ਕਰ ਲਿਆ ਤੇ ਉਹ ਹੁਣ ਸਿੰਧ ਦੀਆਂ ਦਹਿਲੀਜ਼ਾਂ 'ਤੇ ਪਹੁੰਚ ਗਏ ਸਨ, ਜਿੱਥੇ ਉਹਨਾਂ ਲਈ ਸਭ ਦਰ ਖੁੱਲ੍ਹੇ ਸਨ। ਖੜਕ ਸਿੰਘ ਨੇ ਸ਼ਿਕਾਰਪੁਰ ਉੱਪਰ ਹਮਲਾ ਕਰਨ ਦੀ ਆਗਿਆ ਮੰਗੀ। ਭਾਵੇਂ ਦਰਬਾਰ ਨੇ ਸ਼ਿਕਾਰਪੁਰ ਉੱਪਰ ਆਪਣੇ ਹੱਕ ਨੂੰ ਲੁਕਾ ਕੇ ਨਹੀਂ ਰੱਖਿਆ ਸੀ ਤੇ ਇਸ ਉੱਪਰ ਅਧਿਕਾਰ ਕਰਨ ਦਾ ਚੰਗਾ ਬਹਾਨਾ ਵੀ ਸੀ, ਕਿਉਂਕਿ ਸੱਯਦ ਅਹਿਮਦ ਦਾ ਪੈਰੋਕਾਰ ਇਸ ਸ਼ਹਿਰ ਵਿੱਚ ਸਰਗਰਮ ਸੀ। ਦਰਬਾਰ ਨੇ ਇਹ ਕਦਮ ਲੈਣ ਵਿੱਚ ਝਿਜਕ ਵਿਖਾਈ, ਜਿਸ ਨਾਲ ਅੰਗਰੇਜ਼ਾਂ ਨਾਲ ਟਕਰਾਓ ਹੋ ਸਕਦਾ ਸੀ। ਇਹ ਝਿਜਕ ਦੱਖਣ ਵੱਲ ਵਧਣ ਲਈ ਪੰਜਾਬੀਆਂ ਦੀਆਂ ਅਭਿਲਾਸ਼ਾਵਾਂ ਬਾਰੇ ਘਾਤਕ ਸਿੱਧ ਹੋਈ। ਅੰਗਰੇਜ਼ਾਂ ਨੇ ਦਰਬਾਰ ਦੀ ਘਬਰਾਹਟ ਦਾ ਲਾਹਾ ਲਿਆ। ਗਵਰਨਰ ਜਨਰਲ ਨੂੰ ਸਕੱਤਰ ਨੇ ਲਿਖਿਆ, ਭਾਰਤ ਸਰਕਾਰ ਬੜੀ ਗੰਭੀਰਤਾ ਨਾਲ ਰਾਜਸੀ ਹਿੱਤਾਂ ਕਾਰਨ ਸਿੰਧ ਦਰਿਆ ਦੇ ਨਾਲ ਸਿੱਖ ਸ਼ਕਤੀ ਦੇ ਵਿਸਥਾਰ ਨੂੰ ਰੋਕਣ ਲਈ ਪਾਬੰਦ ਹੈ। ਵੇਡ ਨੂੰ ਲਾਹੌਰ ਭੇਜਿਆ ਗਿਆ ਤਾਂ ਜੋ ਦਰਬਾਰ ਨੂੰ ਆਪਣੀ ਸਿੰਧ ਦੀ ਮੁਹਿੰਮ ਛੱਡ ਦੇਣ ਲਈ ਪ੍ਰੇਰਿਆ ਜਾਵੇ। ਉਸ ਨੂੰ ਹਦਾਇਤ ਕੀਤੀ ਗਈ ਕਿ ਉਹ ਬਾਦਸ਼ਾਹ ਸਲਾਮਤ ਨੂੰ ਲਾਹੌਰ ਵਿੱਚ ਟਿਕਾਈ ਰੱਖਣ ਲਈ ਆਪਣੇ ਅਧਿਕਾਰ ਵਿੱਚ ਹਰ ਸਾਧਨ ਦੀ ਵਰਤੋਂ ਕਰੇ ਤੇ ਉਸ ਨੂੰ ਸੈਨਾ ਅੱਗੇ ਲਿਜਾਣ ਤੋਂ ਰੋਕੇ। ਜੇ ਦਰਬਾਰ ਇਹ ਦਾਅਵਾ ਕਰੇ ਕਿ ਇਹ ਮੁਹਿੰਮ ਸਜ਼ਾ ਦੇਣ ਲਈ ਹੈ, ਤਾਂ ਉਸ ਨੂੰ ਦੱਸ ਦਿੱਤਾ ਜਾਵੇ ਕਿ ਅਮੀਰ ਰਸਮੀ ਤੌਰ 'ਤੇ ਵੀ ਅੰਗਰੇਜ਼ੀ ਸੁਰੱਖਿਆ ਅਧੀਨ ਹਨ। ਦਰਬਾਰ ਨੇ ਅੰਗਰੇਜ਼ਾਂ ਨੂੰ ਕੂਟਨੀਤੀ ਵਿੱਚ ਪਛਾੜਨ ਦੀ ਕੋਸ਼ਿਸ਼ ਕੀਤੀ। ਉਸ ਨੇ ਸ਼ਾਹ ਸੁਜਾ ਨਾਲ ਸਮਝੌਤਾ ਕੀਤਾ, ਜਿਸ ਵਿੱਚ ਸ਼ਾਹ ਸੁਜਾ ਨੇ ਰਜ਼ਾਮੰਦੀ ਦਿੱਤੀ ਕਿ ਉਹ ਆਪਣੀ ਹਕੂਮਤ ਮੁੜ ਪ੍ਰਾਪਤ ਕਰਨ ਲਈ ਪਿਸ਼ਾਵਰ, ਜਿਸ ਉੱਪਰ ਉਹਦਾ ਅਧਿਕਾਰ ਪਹਿਲਾਂ ਹੀ ਨਹੀਂ ਸੀ, ਤੇ ਸ਼ਿਕਾਰਪੁਰ, ਜੋ ਕਾਨੂੰਨੀ ਤੌਰ 'ਤੇ ਉਸਦਾ ਹੀ ਸੀ, ਤੇ ਆਪਣਾ ਅਧਿਕਾਰ ਤਿਆਗ ਦੇਵੇਗਾ। ਦਰਬਾਰ ਨੇ ਅੰਗਰੇਜ਼ਾਂ ਦਾ 3 ਦਲੀਲਾਂ ਨਾਲ ਟਾਕਰਾ ਕੀਤਾ। ਪਹਿਲਾਂ ਤਾਂ ਉਸ ਨੇ ਉਹਨਾਂ ਲੋਕਾਂ ਨੂੰ ਸਜ਼ਾ ਦੇਣੀ ਸੀ ਜਿਸ ਨੇ ਮਜਾਰੀ ਕਬੀਲੇ ਨੂੰ ਉਕਸਾਇਆ ਸੀ। ਦੂਸਰਾ, ਸ਼ਾਹ ਸੁਜਾ, ਜਿਸ ਦਾ ਸ਼ਿਕਾਰਪੁਰ ਉੱਪਰ ਕਾਨੂੰਨੀ ਅਧਿਕਾਰ ਸੀ, ਉਸ ਨੇ ਆਪਣਾ ਇਹ ਹੱਕ ਦਰਬਾਰ ਨੂੰ ਦੇ ਦਿੱਤਾ ਸੀ। ਤੀਸਰਾ, 1809 ਦੀ ਸੰਧੀ ਅਨੁਸਾਰ ਅੰਗਰੇਜ਼ਾਂ ਨੇ ਸੁਗੰਧ ਚੁੱਕ ਕੇ ਵਚਨ ਦਿੱਤਾ ਸੀ ਕਿ ਸਤਲੁਜ ਤੇ ਉੱਤਰ ਦੇ ਲਹਿੰਦੇ ਪਾਸੇ ਦੇ ਇਲਾਕਿਆਂ ਵਿੱਚ ਦਖਲ ਨਹੀਂ ਦੇਣਗੇ। ਅੰਗਰੇਜ਼ ਸਹਿਮਤ ਸਨ ਕਿ ਪੰਜਾਬੀਆਂ ਨਾਲ ਮਜਾਰੀ ਕਬੀਲੇ ਨੇ ਧੱਕਾ ਕੀਤਾ ਸੀ, ਪਰੰਤੂ ਉਹਨਾਂ ਨੇ ਪੰਜਾਬੀਆਂ ਦੇ ਸ਼ਿਕਾਰਪੁਰ 'ਤੇ ਕਬਜ਼ਾ ਕਰਨ ਦੇ ਹੱਕ ਨੂੰ ਅਸਵੀਕਾਰ ਕਰ ਦਿੱਤਾ, ਭਾਵੇਂ ਇਹ ਮਜਾਰੀਆਂ ਦੀ ਗਲਤੀ ਦੇ ਸਿੱਟੇ ਵਜੋਂ ਜਾਂ ਸ਼ਾਹ ਸੁਜਾ ਨਾਲ ਹੋਏ ਸਮਝੌਤੇ ਅਨੁਸਾਰ ਹੋਵੇ। ਅਤੇ ਜਿੱਥੋਂ ਤੱਕ 1809 ਦੀ ਸੰਧੀ ਦਾ ਸੰਬੰਧ ਹੈ, ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਇਹ ਖੇਤਰ ਸਤਲੁਜ ਦੇ ਪੱਛਮ ਵੱਲ ਨਹੀਂ, ਸਗੋਂ ਸਤਲੁਜ ਤੇ ਸਿੰਧ ਦੇ ਸੰਗਮ ਦੇ ਪੱਛਮ ਵੱਲ ਹਨ। ਇਹਨਾਂ ਦੋਹਾਂ ਸਥਿਤੀਆਂ ਵਿੱਚ ਫਰਕ ਸੀ।
ਦਰਬਾਰ ਨੂੰ ਬਹੁਤ ਗੁੱਸਾ ਸੀ। ਮੰਤਰੀਆਂ ਨੇ ਮਹਾਰਾਜੇ ਨੂੰ ਜ਼ੋਰ ਦੇ ਕੇ ਆਖਿਆ ਕਿ ਉਸ ਨੂੰ ਦ੍ਰਿੜਤਾ ਨਾਲ ਅੜਨਾ ਚਾਹੀਦਾ ਹੈ ਤੇ ਜੇ ਲੋੜ ਪਏ ਤਾਂ ਲੜਾਈ ਵੀ ਲੜੀ ਜਾਵੇ। ਉਹਨਾਂ ਨੇ ਦਲੀਲ ਦਿੱਤੀ ਕਿ ਜਿਸ ਕੌਮ ਨੇ ਇਤਨੀ ਵਾਰ ਆਪਣੇ ਦਿੱਤੇ ਵਚਨ ਤੋੜੇ ਹਨ ਤੇ ਜਿਸ ਨੇ ਵਿਧੀ ਪੂਰਵਕ ਵਿਸਥਾਰ ਨੂੰ ਇੱਕ ਨੀਤੀ ਵਜੋਂ ਅਪਣਾਇਆ ਹੋਇਆ ਹੈ, ਉਹ ਤਾਂ ਕਦੇ ਨਾ ਕਦੇ ਪੰਜਾਬ ਨੂੰ ਆਪਣੇ ਰਾਜ ਨਾਲ ਮਿਲਾਉਣ ਦਾ ਵੀ ਬਹਾਨਾ ਲੱਭ ਲਵੇਗੀ। ਮਹਾਰਾਜਾ ਅੰਗਰੇਜ਼ਾਂ ਨਾਲ ਬਹੁਤ ਗੁੱਸੇ ਸੀ, ਪਰੰਤੂ ਪਹਿਲਾਂ ਵਾਂਗ ਹੁਣ ਵੀ ਉਸ ਨੇ ਆਪਣੀ ਸੋਚ ਤੇ ਸੂਝ ਉੱਪਰ ਜਜ਼ਬੇ ਨੂੰ ਹਾਵੀ ਨਾ ਹੋਣ ਦਿੱਤਾ। ਉਸ ਨੇ ਆਪਣੇ ਮੰਤਰੀ ਨੂੰ ਪੁੱਛਿਆ, ਮਰਹੱਟਿਆਂ ਦੀ 2 ਲੱਖ ਫੌਜ ਅੰਗਰੇਜ਼ਾਂ ਨਾਲ ਲੜੀ ਸੀ, ਉਸ ਦਾ ਕੀ ਬਣਿਆ? ਉਸ ਨੇ ਫਕੀਰ ਅਜੀਜ਼ੁੱਦੀਨ ਰਾਹੀਂ ਅੰਗਰੇਜ਼ਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਿੰਧ ਨੂੰ ਨਿਰਪੱਖ ਖੇਤਰ ਐਲਾਨ ਕਰ ਦੇਣ, ਜੋ ਅਮੀਰਾਂ ਨੂੰ ਚੰਗਾ ਲੱਗਣਾ ਸੀ, ਤੇ ਇਹ ਭਰੋਸਾ ਲੈਣ ਲਈ ਵੀ ਕਿਹਾ ਕਿ ਅਜਿਹੀ ਨੀਤੀ ਅਫਗਾਨਿਸਤਾਨ ਬਾਰੇ ਨਹੀਂ ਅਪਣਾਈ ਜਾਵੇਗੀ। ਵੇਡ ਨੇ ਇਹਨਾਂ ਤਜਵੀਰਾਂ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸਗੋਂ ਜ਼ੋਰ ਦਿੱਤਾ ਕਿ ਦਰਬਾਰ ਸਿੰਧ ਦੇ ਮਾਮਲੇ ਵਿੱਚ ਦਖਲ ਨਾ ਦੇਣ ਦਾ ਵਚਨ ਦੇਵੇ। ਮਹਾਰਾਜੇ ਨੇ ਅੰਗਰੇਜ਼ ਅਧਿਕਾਰੀਆਂ ਨੂੰ ਪੁੱਛਿਆ ਕਿ ਗਵਰਨਰ ਜਨਰਲ ਨੇ ਭਲਾਈ ਤੇ ਸਮਰਿੱਧੀ, ਸਤਿਕਾਰ ਤੇ ਲਿਹਾਜ਼ਦਾਰੀ ਦੇ ਜੋ ਸ਼ਬਦ ਰਣਜੀਤ ਸਿੰਘ ਨੂੰ ਪੱਤਰ ਵਿੱਚ ਲਿਖੇ ਹਨ, ਉਹਨਾਂ ਦਾ ਕੀ ਭਾਵ ਹੈ? ਰਣਜੀਤ ਸਿੰਘ ਦੇ ਕਟਾਕਸ਼ ਨੂੰ ਵੇਡ ਨੇ ਅਣਗੌਲਿਆ ਕਰਕੇ ਇਹਨਾਂ ਸ਼ਬਦਾਂ ਦੀ ਵਿਸਥਾਰ ਨਾਲ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਮਹਾਰਾਜਾ ਸਾਹਿਬ ਨੇ ਉਤਾਵਲਾਪਣ ਤੇ ਬੇਸਬਰੀ ਜ਼ਾਹਿਰ ਕੀਤੀ। ਉਸ ਨੇ ਫਕੀਰ ਦਾ ਹੱਥ ਫੜ ਲਿਆ ਤੇ 2 ਵਾਰ ਉਹਦੇ ਹੱਥ ਤੇ ਹੱਥ ਮਾਰਿਆ। ਵੇਡ ਨੇ ਗਵਰਨਰ ਜਨਰਲ ਨੂੰ ਲਿਖਿਆ। ਦਰਬਾਰ ਝੁਕ ਗਿਆ ਤੇ ਹਾਲ ਦੀ ਘੜੀ ਅੱਗੇ ਨਾ ਵਧਣ ਲਈ ਸਹਿਮਤ ਹੋ ਗਿਆ। ਬਿਲ ਫਿਲ ਓ ਬਿਲਹਾਲ। ਸਿੰਧ ਉੱਪਰ ਗੱਲਬਾਤ ਸਮਾਪਤ ਹੋ ਗਈ, ਪਰ ਦਰਬਾਰ ਨੇ ਇਸ ਬਾਰੇ ਸੰਧੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨੇ ਰੋਜ਼ਨ ਦੀ ਅਗੇਤੀ ਰੱਖਿਆ, ਚੌਂਕੀ ਵੀ ਛੱਡਣ ਤੋਂ ਇਨਕਾਰ ਕਰ ਦਿੱਤਾ। ਅਪ੍ਰੈਲ 1837 ਵਿੱਚ ਜਮਜੌਦਾ ਦੀ ਲੜਾਈ। ਹਰੀ ਸਿੰਘ ਨਲਵੇ ਦੀ ਮੌਤ। ਦਰਬਾਰ ਨੇ ਸਿੰਧ ਬਾਰੇ ਅਜੇ ਮਸਾਂ ਹੀ ਗੱਲਬਾਤ ਖਤਮ ਕੀਤੀ ਸੀ ਕਿ ਉੱਤਰ ਪੱਛਮੀ ਸੀਮਾ ਵਿੱਚ ਗੜਬੜ ਭੜਕ ਉੱਠੀ। ਨਲਵੇ ਵੱਲੋਂ ਜ਼ੋਰ ਸ਼ੋਰ ਨਾਲ ਉਪਾਅ ਕਰਨ ਤੇ ਖਾਸ ਕਰਕੇ ਕਿਲ੍ਹਿਆਂ ਦਾ ਨਿਰੰਤਰ ਸਿਲਸਿਲਾ ਉਸਾਰਨ ਕਰਕੇ ਅਫਗਾਨਾਂ ਨੂੰ ਇਹ ਵਿਸ਼ਵਾਸ ਕਰਨ ਲਈ ਬਹਾਨਾ ਮਿਲ ਗਿਆ ਕਿ ਉਹ ਉਹਨਾਂ ਦੇ ਮੁਲਕ ਤੇ ਹਮਲਾ ਕਰਨ ਬਾਰੇ ਸੋਚ ਰਿਹਾ ਸੀ। ਦੋਸਤ ਮੁਹੰਮਦ ਨੇ ਕੁਰਾਨ ਦੇ ਅਧਿਐਨ ਦਾ ਕੰਮਕਾਜ ਤਿਆਗ ਦਿੱਤਾ ਤੇ ਆਪਣਾ ਧਿਆਨ ਸੰਸਾਰਿਕ ਕਾਰ ਵਿਹਾਰ ਵੱਲ ਲਾ ਲਿਆ। ਉਹਦੀ ਉਮੀਦ ਤੋਂ ਪਹਿਲਾਂ ਹੀ ਉਹਦੇ ਹੱਥ ਇੱਕ ਮੌਕਾ ਆ ਗਿਆ। ਰਾਜਕੁਮਾਰ ਨਿਹਾਲ ਸਿੰਘ, ਜੋ ਨਲਵੇ ਦੇ ਨਾਲ ਸੀ, ਵਿਆਹ ਕਰਾਉਣ ਲਈ ਲਾਹੌਰ ਚਲਾ ਗਿਆ। ਦਰਬਾਰ ਵਿਆਹ ਵਿੱਚ ਰੁੱਝਾ ਹੋਇਆ ਸੀ ਤੇ ਇਹ ਸੂਚਨਾ ਵੀ ਮਿਲੀ ਕਿ ਨਲਵਾ ਉਸ ਵੇਲੇ ਬਿਸਤਰੇ ਵਿੱਚ ਬਿਮਾਰ ਪਿਆ ਸੀ। ਦੋਸਤ ਮੁਹੰਮਦ ਨੇ ਸੋਚਿਆ ਕਿ ਹੁਣ ਤਲਵਾਰ ਮਿਆਨੋਂ ਬਾਹਰ ਕੱਢਣ ਤੇ ਗਾਜ਼ੀਆਂ ਨੂੰ ਕਾਫਰਾਂ ਵੱਲ ਧੱਕਣ ਲਈ ਢੁਕਵਾਂ ਸਮਾਂ ਸੀ। ਦੋਸਤ ਮੁਹੰਮਦ ਦੀ ਯੁੱਧ ਨੀਤੀ ਸਬਕਦਰ, ਜਮਰੌਦ ਤੇ ਪਿਸ਼ਾਵਰ ਦੇ ਕਿਲ੍ਹਿਆਂ ਨੂੰ ਵੱਖ-ਵੱਖ ਕਰਨਾ ਸੀ ਤੇ ਫਿਰ ਵਾਰੀ-ਵਾਰੀ ਸਭ ਨੂੰ ਪਿਸ਼ਾਵਰ ਦੇ ਕਿਲ੍ਹਿਆਂ ਨੂੰ ਵੱਖ-ਵੱਖ ਕਰਨਾ ਸੀ ਤੇ ਫਿਰ ਵਾਰੀ-ਵਾਰੀ ਸਭ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸੀ। ਸੂਚੀ ਵਿੱਚ ਸਭ ਤੋਂ ਉੱਪਰ ਜਮਜੌਦ ਸੀ, ਜੋ ਅਗੇਤੀ ਰੱਖਿਆ ਚੌਂਕੀ ਸੀ ਤੇ ਪੰਜਾਬੀ ਕਿਲ੍ਹਿਆਂ ਦੀ ਲੜੀ ਵਿੱਚ ਸਭ ਤੋਂ ਕਮਜ਼ੋਰ ਸੀ। ਸੈਨਾ ਦਾ ਇੱਕ ਦਸਤਾ ਸਬਕਦਰ ਭੇਜਿਆ ਗਿਆ ਤਾਂ ਜੋ ਲਹਿਣਾ ਸਿੰਘ ਸੰਧਾਵਾਲੀਆ ਨੂੰ ਉਹ ਕਿਲ੍ਹਾ ਛੱਡ ਕੇ ਆਉਣ ਤੋਂ ਰੋਕਿਆ ਜਾ ਸਕੇ। ਨਲਵੇ ਦੀ ਬਿਮਾਰੀ ਕਾਰਨ ਪਿਸ਼ਾਵਰ ਦੇ ਕਿਲ੍ਹਿਆਂ ਦੀ ਰੱਖਿਆ ਬਾਰੇ ਸੈਨਾ ਦੀ ਨਕਲੋਂ ਹਰਕਤ ਰੁਕ ਗਈ। ਜਮਰੌਦ ਨੂੰ 28,000 ਅਫਗਾਨਾਂ ਨੇ 18 ਭਾਰੀ ਤੋਪਾਂ ਨਾਲ ਆ ਘੇਰਿਆ। ਮਹਾਂ ਸਿੰਘ ਕੋਲ ਸਿਰਫ 600 ਆਦਮੀ ਤੇ ਕੁਝ ਹਲਕੀਆਂ ਤੋਪਾਂ ਸਨ। ਕੁਝ ਘੰਟਿਆਂ 'ਚ ਘੇਰਾ ਪਾਉਣ ਵਾਲੀ ਸੈਨਾ ਦੀਆਂ ਤੋਪਾਂ ਨੇ ਕਿਲ੍ਹੇ ਦੀਆਂ ਕੰਧਾਂ ਨੂੰ ਮਲਬੇ ਵਿੱਚ ਤਬਦੀਲ ਕਰਕੇ ਰੱਖ ਦਿੱਤਾ। ਮਹਾਂ ਸਿੰਘ ਦੇ ਸੈਨਿਕਾਂ ਨੇ ਆਪਣੇ ਲਈ ਮੋਰਚਾ ਬਣਾ ਲਏ ਤੇ 4 ਦਿਨ ਪਠਾਨਾਂ ਤੇ ਅਫਗਾਨਾਂ ਨੂੰ ਆਪਣੇ ਨੇੜੇ ਨਾ ਆਉਣ ਦਿੱਤਾ। ਮਹਾਂ ਸਿੰਘ ਨੇ ਸਹਾਇਤਾ ਲਈ ਪਿਸ਼ਾਵਰ ਵੱਲ ਨਿਰਾਸ਼ਤਾ ਭਰਪੂਰ ਬੇਨਤੀ ਕੀਤੀ। ਨਲਵਾ ਬਿਸਤਰੇ ਤੋਂ ਉੱਠਿਆ ਤੇ ਬਿਮਾਰੀ ਦੀ ਹਾਲਤ
ਵਿੱਚ ਹੀ ਜਮਰੌਦ ਵੱਲ ਕੂਚ ਕਰ ਦਿੱਤਾ। ਨਲਵੇ ਦੇ ਪਹੁੰਚਣ ਤੇ ਵੈਰੀ ਨੇ ਜਮਰੌਦ ਦਾ ਘੇਰਾ ਚੁੱਕ ਲਿਆ ਤੇ ਉਸ ਨੇ ਖੈਬਰ ਘਾਟੀ ਵਿੱਚ ਮੋਰਚੇ ਸੰਭਾਲ ਲਏ, ਜਿੱਥੇ ਹਾਰ ਹੋ ਜਾਣ ਦੀ ਹਾਲਤ ਵਿੱਚ ਭੱਜ ਸਕਣਾ ਸੌਖਾ ਸੀ। ਨਲਵੇ ਨੇ ਆਪਣੀ ਫੌਜ ਦੀ ਕਤਾਰਬੰਦੀ ਕੀਤੀ ਤੇ ਵੈਰੀ ਦੇ ਹਮਲੇ ਦੀ ਉਡੀਕ ਕਰਨ ਲੱਗਾ। 7 ਦਿਨਾਂ ਲਈ ਫੌਜਾਂ ਆਮੋ ਸਾਹਮਣੇ ਬੈਠੀਆਂ ਰਹੀਆਂ। ਜਦੋਂ ਨਲਵੇ ਨੇ ਮਹਿਸੂਸ ਕੀਤਾ ਕਿ ਅਫਗਾਨਾਂ ਅਤੇ ਪਠਾਨਾਂ ਦੀ ਹਮਲਾ ਕਰਨ ਦੀ ਨੀਤ ਨਹੀਂ, ਉਹਨੇ ਪੰਜਾਬੀਆਂ ਨੂੰ ਅੱਗੇ ਵਧਣ ਦਾ ਹੁਕਮ ਦੇ ਦਿੱਤਾ। ਇਹ ਲੜਾਈ 30 ਅਪ੍ਰੈਲ 1837 ਨੂੰ ਹੋਈ। ਪੰਜਾਬੀਆਂ ਨੇ ਵੈਰੀ ਨੂੰ ਅੱਗੇ ਲਾ ਲਿਆ। ਦੋਸਤ ਮੁਹੰਮਦ ਦਾ ਪੁੱਤਰ ਮੁਹੰਮਦ ਅਕਬਰ ਖਾਂ, ਜੋ ਉੱਚੇ ਟਿੱਲੇ ਤੇ ਖੜਾ ਅਫਗਾਨਾਂ ਦੀ ਹਾਰ ਵੇਖ ਰਿਹਾ ਸੀ, ਉਸਨੇ ਦੇਖਿਆ ਕਿ ਨਲਵਾ ਆਪਣੀ ਬਹੁਤੀ ਫੌਜ ਨਾਲੋਂ ਬਹੁਤ ਅੱਗੇ ਨਿਕਲ ਗਿਆ ਸੀ। ਅਕਬਰ ਨੇ ਹਰਾਵਲ ਦਸਤੇ ਤੇ ਜਾ ਕੇ ਝਪਟਾ ਮਾਰਿਆ ਤੇ ਨਲਵੇ ਦੇ ਹੌਂਦੇ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ। ਨਲਵਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਉਸ ਦੀ ਮੌਤ ਨੂੰ ਦੁਸ਼ਮਣ ਨੂੰ ਖੈਬਰ ਤੋਂ ਪਾਰ ਭਜਾਉਣ ਤੱਕ ਗੁਪਤ ਰੱਖਿਆ ਜਾਵੇ। ਅਫਗਾਨਾਂ ਲਈ ਜਮਰੌਦ ਦੀ ਹਾਰ ਹਰੀ ਸਿੰਘ ਦੀ ਮੌਤ ਕਾਰਨ ਜਿੱਤ ਵਿੱਚ ਬਦਲ ਗਈ। ਭਾਵੇਂ ਦੋਸਤ ਮੁਹੰਮਦ ਨੇ ਜਮਰੌਦ ਦੀ ਲੜਾਈ ਵਿੱਚ ਅਫਗਾਨਾਂ ਦੀ ਜਿੱਤ ਦਾ ਬੜਾ ਦਾਅਵਾ ਕੀਤਾ, ਉਸਨੇ ਆਪਣੇ ਪੁੱਤਰ ਨੂੰ ਜਨਤਕ ਤੌਰ ਤੇ ਸਨਮਾਨਾਂ ਨਾਲ ਲੱਦ ਦਿੱਤਾ, ਪਰ 11,000 ਅਫਗਾਨਾਂ ਦੀਆਂ ਲਾਸ਼ਾਂ ਜੋ ਖੈਬਰ ਵਾਦੀ ਵਿੱਚ ਖਿਲਰੀਆਂ ਪਈਆਂ ਸਨ, ਉਹਨਾਂ ਦੀ ਸੜਾਂਦ ਨੂੰ ਗੁਆਂਢ ਦੀਆਂ ਪਹਾੜੀਆਂ ਤੇ ਵਾਦੀਆਂ ਵਿੱਚ ਰਹਿੰਦੇ ਕਬਾਇਲੀਆਂ ਦੀਆਂ ਨਾਸਾਂ ਵਿੱਚ ਪਹੁੰਚਣ ਤੋਂ ਕੋਈ ਨਾ ਰੋਕ ਸਕਿਆ। ਪੰਜਾਬ ਦੇ ਝੰਡੇ ਅਜੇ ਵੀ ਬਾਲਾ ਹਿਸਾਰ, ਸਬਕਦਰ ਤੇ ਜਮਰੌਦ ਦੀਆਂ ਢੱਠੀਆਂ ਦੀਵਾਰਾਂ ਤੇ ਝੁੱਲ ਰਹੇ ਸਨ ਤੇ ਹੁਣ ਬਹਾਦਰ ਨਲਵੇ ਦਾ ਭੂਤ ਸੌੜੇ ਪਥਰੀਲੇ ਤੰਗ ਰਸਤਿਆਂ 'ਚੋਂ ਲੋਕਾਂ ਨੂੰ ਡਰਾ ਰਿਹਾ ਸੀ। ਦੋਸਤ ਮੁਹੰਮਦ ਲਈ ਆਪਣੇ ਗੁਆਚੇ ਵਕਾਰ ਨੂੰ ਬਹਾਲ ਕਰਨਾ ਜ਼ਰੂਰੀ ਸੀ। ਕਿਹਾ ਜਾਂਦਾ ਹੈ ਕਿ ਉਸਨੇ ਮਹਾਰਾਜੇ ਨੂੰ ਲਿਖਿਆ, ਮੈਂ ਸਦਾ ਹੀ ਆਪ ਦੀ ਸ਼ਕਤੀ ਸਥਾਪਿਤ ਸਮਝਦਾ ਰਿਹਾ ਹਾਂ। ਮੈਂ ਆਪ ਦਾ ਗੁਲਾਮ ਸੀ। ਜੇ ਦਰਬਾਰ ਪਿਸ਼ਾਵਰ ਉਸਦੇ ਹਵਾਲੇ ਕਰ ਦੇਵੇ ਤਾਂ ਸਰਹੱਦ ਤੇ ਕੋਈ ਗੜਬੜ ਨਹੀਂ ਹੋਵੇਗੀ, ਪਰ ਜੇ ਉਹਦੀ ਬੇਨਤੀ ਅਸਵੀਕਾਰ ਕਰ ਦਿੱਤੀ ਗਈ ਤਾਂ ਉਹ ਹਾਲਾਤ ਅਨੁਸਾਰ ਲੜਾਈ ਲੜਨ ਲਈ ਮਜਬੂਰ ਹੋਵੇਗਾ। ਪਿਸ਼ਾਵਰ ਵਾਸਤੇ ਦਰਬਾਰ ਨੇ ਉਹਦੀ ਬੇਨਤੀ ਪੱਤਰ ਰੱਦ ਕਰ ਦਿੱਤਾ ਤੇ ਉਸ ਨੂੰ ਚੇਤਾਵਨੀ ਦੇ ਦਿੱਤੀ ਕਿ ਅਮਨ ਬਹਾਲ ਰੱਖਣਾ ਕੇਵਲ ਅਫਗਾਨਾਂ ਦੀ ਹੀ ਇਜਾਰੇਦਾਰੀ ਨਹੀਂ ਸੀ। ਜੇ ਅਫਗਾਨ ਪੰਜਾਬੀਆਂ ਤੇ ਲੜਾਈ ਮੜ ਸਕਦੇ ਹਨ ਤਾਂ ਪੰਜਾਬੀ ਵੀ ਅਫਗਾਨਾਂ ਤੇ ਲੜਾਈ ਮੜ ਸਕਦੇ ਹਨ। ਅੰਗਰੇਜ਼ਾਂ ਨੇ ਪੰਜਾਬੀਆਂ ਤੇ ਅਫਗਾਨਾਂ ਦੀ ਖਿੱਚੋਤਾਣ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਰੂਸੀ ਪੂਰਬ ਵੱਲ ਵੱਧ ਰਹੇ ਸਨ ਤੇ ਈਰਾਨੀ ਉਹਨਾਂ ਦੇ ਪ੍ਰਭਾਵ ਹੇਠ ਚਲੇ ਗਏ ਸਨ। ਉਹਨਾਂ ਦੇ ਪ੍ਰਤੀਨਿਧ ਕਾਬਲ ਵਿੱਚ ਗਤੀਸ਼ੀਲ ਸਨ। ਗਵਰਨਰ ਜਨਰਲ ਨੇ ਬਰਨਜ਼ ਨੂੰ ਅਫਗਾਨਿਸਤਾਨ ਭੇਜਿਆ ਤਾਂ ਜੋ ਉਹ ਦੋਸਤ ਮੁਹੰਮਦ ਨੂੰ ਅੰਗਰੇਜ਼ੀ ਧੜੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇ। ਦੋਸਤ ਮੁਹੰਮਦ ਨੇ ਅੰਗਰੇਜ਼ਾਂ ਦੇ ਨਾਲ ਮਿਲਣ ਦੀ ਮੁੱਖ ਸ਼ਰਤ ਪਿਸ਼ਾਵਰ ਲੈ ਕੇ ਦੇਣ ਦੀ ਰੱਖ ਦਿੱਤੀ। ਗਵਰਨਰ ਜਨਰਲ ਲਾਰਡ ਆਕਲੈਂਡ ਨੇ ਹੁਣ ਦੋਸਤ ਮੁਹੰਮਦ ਤੇ ਰਣਜੀਤ ਸਿੰਘ ਦੋਹਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਉਸਨੇ ਰਣਜੀਤ ਸਿੰਘ ਨੂੰ ਚੁਣਿਆ ਤੇ ਦਰਬਾਰ ਦੀ ਸਹਾਇਤਾ ਨਾਲ ਦੋਸਤ ਮੁਹੰਮਦ ਨੂੰ ਕਾਬਲ ਦੀ ਗੱਦੀ ਤੋਂ ਉਤਾਰ ਕੇ ਸ਼ਾਹ ਸੁਜਾਨ ਨੂੰ ਗੱਦੀ ਤੇ ਬਿਠਾਇਆ। ਦਰਬਾਰ ਦਾ ਪ੍ਰਤੀਕਰਮ ਰਲਿਆ ਮਿਲਿਆ ਸੀ ਤੇ ਵੰਡਿਆ ਹੋਇਆ ਸੀ। ਪ੍ਰਧਾਨ ਮੰਤਰੀ ਧਿਆਨ ਸਿੰਘ ਤੇ ਮੰਤਰੀਆਂ ਦੀ ਬਹੁ ਗਿਣਤੀ ਇਸ ਤਜਵੀਜ਼ ਨੂੰ ਰੱਦ ਕਰਨ ਦੇ ਹੱਕ ਵਿੱਚ ਸੀ। ਫਕੀਰ ਅਜੀਜ਼-ਉਦ-ਦੀਨ ਇਹ ਤਜਵੀਜ਼ ਦੇ ਹੱਕ ਵਿੱਚ ਸੀ। ਕੁਝ ਝਿਜਕ ਪਿੱਛੋਂ ਮਹਾਰਾਜੇ ਨੇ ਫਕੀਰ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਦਰਬਾਰ ਨੂੰ ਅੰਗਰੇਜ਼ਾਂ ਦੀ ਮੁਹਿੰਮ ਦਾ ਸਮਰਥਨ ਦੇਣ ਲਈ ਤਿਆਰ ਕਰ ਲਿਆ। ਮੈਕਨਾਟਨ ਨੇ ਵੇਡ ਤੇ ਹੋਰਨਾਂ ਉੱਪਰ ਆਧਾਰਿਤ ਇੱਕ ਬਰਤਾਨਵੀ ਪ੍ਰਤੀਨਿਧ ਮੰਡਲ ਪੰਜਾਬ ਆਇਆ ਤੇ ਉਹਨਾਂ ਨੇ ਸ਼ਾਹ ਸੁਜਾ ਅੰਗਰੇਜ਼ਾਂ ਤੇ ਦਰਬਾਰ ਵਿਚਕਾਰ ਤ੍ਰੈਪੱਖੀ ਸੰਧੀ ਦੀਆਂ ਸ਼ਰਤਾਂ ਤਿਆਰ ਕੀਤੀਆਂ। ਸੰਧੀ ਦੀ ਰਸਮੀ ਪ੍ਰਵਾਨਗੀ ਨਵੰਬਰ 1838 ਵਿੱਚ ਫਿਰੋਜ਼ਪੁਰ ਹੋਣੀ ਸੀ, ਜਿੱਥੇ ਦਰਬਾਰ ਤੇ ਅੰਗਰੇਜ਼ੀ ਪਲਟਨਾਂ ਦਾ ਨਿਰੀਖਣ ਮਹਾਰਾਜੇ ਤੇ ਗਵਰਨਰ ਜਨਰਲ ਨੇ ਸਾਂਝੇ ਤੌਰ ਤੇ ਕਰਨਾ ਸੀ। ਇਹਨਾਂ ਪਲਟਨਾਂ ਨੇ ਮਗਰੋਂ ਸਿੰਧ ਦੀ ਮਹਾਨ ਸੈਨਾ ਵਜੋਂ ਪ੍ਰਾਪਤੀ ਕੀਤੀ।
ਸਿੰਧ ਦੀ ਮਹਾਨ ਸੈਨਾ। ਫਿਰੋਜ਼ਪੁਰ ਦੀ ਮੁਲਾਕਾਤ ਤੋਂ ਮਹੀਨਾ ਪਹਿਲਾਂ ਹੀ ਫੌਜੀ ਕਾਰਵਾਈ ਦਾ ਪ੍ਰਤੱਖ ਕਾਰਨ ਵੀ ਖਤਮ ਹੋ ਗਿਆ ਸੀ। 22 ਅਕਤੂਬਰ 1838 ਨੂੰ ਇਰਾਨੀਆਂ ਨੇ ਹਿਰਾਤ ਦੀ ਘੇਰਾਬੰਦੀ ਖਤਮ ਕਰ ਦਿੱਤੀ ਤੇ ਅਫਗਾਨਿਸਤਾਨ ਵਿੱਚ ਰੂਸੀ ਇਰਾਨੀ ਘੁਟਪੈਠ ਦਾ ਖਤਰਾ ਹੀ ਨਾ ਰਿਹਾ। ਫਿਰ ਵੀ ਅੰਗਰੇਜ਼ ਅਫਗਾਨਿਸਤਾਨ ਉੱਪਰ ਅਧਿਕਾਰ ਕਰਨ ਦੀ ਯੋਜਨਾ ਦੇ ਅਨੁਸਾਰ ਕਾਰਜਸ਼ੀਲ ਰਹੇ। ਜੇ ਮੁਲਕ ਨੂੰ ਰੂਸੀਆਂ ਤੋਂ ਬਚਾਇਆ ਹੀ ਜਾਣਾ ਸੀ ਤਾਂ ਬਰਤਾਨੀਆ ਵਾਸਤੇ ਇਹ ਬਾਕੀ ਦੀ ਦੁਨੀਆ ਤੋਂ ਵੀ ਕਿਉਂ ਨਾ ਬਚਾਇਆ ਜਾਵੇ। ਇਸ ਕਾਰਨ ਦਾ ਕਦੇ ਵੀ ਪਤਾ ਨਹੀਂ ਲੱਗੇਗਾ ਕਿ ਮਹਾਰਾਜਾ ਕਾਰਵਾਈ ਕਰਨ ਦੇ ਵਿਰੁੱਧ ਮਿਲੀ ਸਲਾਹ ਦੇ ਬਾਵਜੂਦ ਇਸ ਯੋਜਨਾ ਦਾ ਕਿਉਂ ਸਮਰਥਨ ਕਰਦਾ ਰਿਹਾ, ਜਦੋਂ ਕਿ ਇਹ ਸਪਸ਼ਟ ਹੋ ਗਿਆ ਸੀ ਕਿ ਇਹ ਮੁਹਿੰਮ ਸਿਰਫ ਅੰਗਰੇਜ਼ਾਂ ਦੀ ਅਫਗਾਨਿਸਤਾਨ ਉੱਪਰ ਜਿੱਤ ਹੀ ਹੋਣੀ ਸੀ। ਸਿੰਧ ਸੈਨਾ ਨੇ ਅਫਗਾਨਿਸਤਾਨ ਉੱਪਰ ਦੋ ਪਾਸਿਆਂ ਤੋਂ ਹਮਲਾ ਕਰਨਾ ਸੀ। ਪੰਜਾਬੀ ਸੈਨਾ ਨੇ ਕਰਨਲ ਬਸਾਵਾਂ ਦੀ ਅਗਵਾਈ ਵਿੱਚ ਪੂਰਬ ਵੱਲੋਂ ਖੈਬਰ ਦਰੇ ਰਾਹੀਂ ਕਾਬਲ ਤੇ ਹਮਲਾ ਕਰਨਾ ਸੀ। ਸ਼ਹਿਜ਼ਾਦਾ ਤੈਮੂਰ ਦੀ ਭਰਤੀ ਕੀਤੀ ਹੋਈ ਫੌਜ ਤੇ ਕਪਤਾਨ ਵੇਡ, ਜੋ ਮੁਖੀ ਤਾਲਮੇਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ, ਉਸਨੇ ਪੰਜਾਬੀਆਂ ਦੇ ਨਾਲ ਜਾਣਾ ਸੀ। ਅੰਗਰੇਜ਼ੀ ਸੈਨਾ ਸਮੇਤ ਭਰਤੀ ਕੀਤੇ ਪਠਾਣਾਂ ਤੇ ਅਫਗਾਨਾਂ ਦੇ ਜੋ ਸਰ ਜੌਨ ਕੀਨ ਦੇ ਅਧੀਨ ਸੀ, ਉਸਨੇ ਸਿੰਧ ਤੋਂ ਕੰਧਾਰ ਤੇ ਗਜਨੀ ਰਾਹੀਂ ਜਾ ਕੇ ਪੰਜਾਬੀ ਸੈਨਾ ਨਾਲ ਕਾਬਲ ਵਿੱਚ ਮਿਲ ਜਾਣਾ ਸੀ। ਸ਼ਾਹ ਸੁਜਾ ਨੇ ਅੰਗਰੇਜ਼ੀ ਪਲਟਨ ਦੇ ਨਾਲ ਜਾਣਾ ਸੀ, ਕਿਉਂਕਿ ਸੰਧੀ ਦੀਆਂ ਸ਼ਰਤਾਂ ਬਾਰੇ ਪਹਿਲਾਂ ਹੀ ਸਮਝੌਤਾ ਹੋ ਚੁੱਕਿਆ ਸੀ। ਇਸ ਲਈ ਫਿਰੋਜ਼ਪੁਰ ਵਿੱਚ ਕਰਨ ਵਾਲਾ ਕੰਮ ਹੁਣ ਇੱਕ ਦੂਸਰੇ ਨੂੰ ਤੋਹਫਿਆਂ ਦਾ ਆਦਾਨ ਪ੍ਰਦਾਨ ਕਰਨਾ, ਸ਼ੁਭ ਇੱਛਾਵਾਂ ਤੇ ਵਧਾਈ ਦੇਣੀ, ਕਵਾਇਦ ਦਾ ਨਿਰੀਖਣ ਕਰਨ ਤੇ ਇੱਕ ਦੂਸਰੇ ਨੂੰ ਸ਼ਰਾਬ ਨੋਸ਼ੀ ਤੇ ਨਾਚ ਗਾਣਿਆਂ ਦੀਆਂ ਪਾਰਟੀਆਂ ਨਾਲ ਬਹਿਲਾਉਣ ਤੋਂ ਬਿਨਾਂ ਕੁਝ ਰਿਹਾ ਹੀ ਨਹੀਂ ਸੀ। ਅੰਤਿਮ ਘੜੀ। ਇਨ੍ਹਾਂ ਜਸ਼ਨਾਂ ਦੌਰਾਨ ਹੀ ਰਣਜੀਤ ਸਿੰਘ ਦੀ ਪਹਿਲਾਂ ਤੋਂ ਹੀ ਖਰਾਬ ਚੱਲੀ ਆ ਰਹੀ ਸਿਹਤ ਹੋਰ ਵਿਗੜ ਗਈ। 24 ਦਸੰਬਰ 1938 ਨੂੰ ਉਸ ਉੱਪਰ ਅਧਰੰਗ ਦਾ ਹਮਲਾ ਹੋ ਗਿਆ ਤੇ ਉਹ ਨਾ ਤਾਂ ਬਿਸਤਰੇ ਤੋਂ ਉੱਠ ਸਕਣ ਜੋਗਾ ਰਿਹਾ ਤੇ ਨਾ ਹੀ ਪ੍ਰਾਹੁਣਿਆਂ ਨੂੰ ਅਲਵਿਦਾ ਕਹਿਣ ਦੇ ਸਮਰੱਥ ਰਿਹਾ। 6 ਮਹੀਨੇ ਉਹ ਜ਼ਿੰਦਗੀ ਲਈ ਸੰਘਰਸ਼ ਕਰਦਾ ਰਿਹਾ, ਪਰ ਅੱਧ ਜੂਨ 1839 ਈਸਵੀ ਤੱਕ ਉਹਦੇ ਬਚਨ ਦੀਆਂ ਉਮੀਦਾਂ ਮੁੱਕ ਗਈਆਂ। ਖੜਕ ਸਿੰਘ ਨੂੰ ਪੰਜਾਬ ਦੇ ਮਹਾਰਾਜੇ ਦੀ ਪਦਵੀ ਬਖਸ਼ੀ ਗਈ ਤੇ ਉਹਦੇ ਨਾਲ ਹੀ ਰਾਜਾ ਧਿਆਨ ਸਿੰਘ ਉਹਦਾ ਪ੍ਰਧਾਨ ਮੰਤਰੀ ਥਾਪਿਆ ਗਿਆ। ਆਖਰ 27 ਜੂਨ ਦੀ ਸ਼ਾਮ ਨੂੰ ਲਾਹੌਰ ਵਿੱਚ ਇੱਕ ਜੇਤੂ ਵਜੋਂ ਪ੍ਰਵੇਸ਼ ਕਰਨ ਤੋਂ ਪੂਰੇ 40 ਸਾਲ ਮਗਰੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਮਹਾਰਾਜੇ ਦੀ ਮ੍ਰਿਤਕ ਦੇਹ ਦਾ ਅਗਲੇ ਦਿਨ ਸੰਸਕਾਰ ਕਰ ਦਿੱਤਾ ਗਿਆ। ਖਬਰਨਵੀਸ ਨੇ ਇਸ ਦ੍ਰਿਸ਼ ਨੂੰ ਹੇਠ ਲਿਖੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਚੰਦਨ ਦੀ ਲੱਕੜੀ ਦੀ ਚਿਤਾ ਤੇ ਪਹੁੰਚ ਕੇ ਲੋਥ ਨੂੰ ਉਸ ਉੱਪਰ ਪਾ ਦਿੱਤਾ ਗਿਆ। ਰਾਣੀ ਗੰਦਨ ਉਹਦੇ ਨਾਲ ਬੈਠ ਗਈ ਤੇ ਆਪਣੀ ਗੋਦੀ ਵਿੱਚ ਮ੍ਰਿਤਕ ਦਾ ਸਿਰ ਰੱਖ ਲਿਆ। ਜਦੋਂ 7 ਰਾਣੀਆਂ ਦਾਸੀਆਂ ਸਮੇਤ ਉਦਾਲੇ ਬੈਠ ਗਈਆਂ ਤਾਂ ਉਹਨਾਂ ਦੇ ਚਿਹਰਿਆਂ ਤੇ ਪੂਰੀ ਤਸੱਲੀ ਸੀ। ਡਾਕਟਰ ਹੋਨੀ ਬਰਗਰ ਅੱਗੋਂ ਕਹਾਣੀ ਜਾਰੀ ਰੱਖਦਾ ਹੋਇਆ ਲਿਖਦਾ ਹੈ, ਬ੍ਰਾਹਮਣਾਂ ਨੇ ਸ਼ਸਤਰਾਂ ਅਨੁਸਾਰ ਪੂਜਾ ਪਾਠ ਕੀਤਾ। ਸਿੱਖ ਉਪਦੇਸ਼ਕਾਂ ਨੇ ਵੀ ਆਪਣੀ ਪਵਿੱਤਰ ਧਰਮ ਪੁਸਤਕ ਗ੍ਰੰਥ ਸਾਹਿਬ ਤੋਂ ਅਰਦਾਸ ਕੀਤੀ ਤੇ ਮੁਸਲਮਾਨਾਂ ਨੇ ਵੀ ਯਾ ਅੱਲਾ ਕਹਿ ਕੇ ਉਹਨਾਂ ਦਾ ਸਾਥ ਦਿੱਤਾ। ਇਹ ਪਾਠ ਪੂਜਾ ਤੇ ਅਰਦਾਸਾਂ ਦਾ ਸਿਲਸਿਲਾ 1 ਘੰਟੇ ਲਈ ਚੱਲਦਾ ਰਿਹਾ। ਫਿਰ ਖਬਰਨਵੀਸ ਅੱਗੇ ਲਿਖਦਾ ਹੈ, 10 ਵਜੇ ਬ੍ਰਾਹਮਣਾਂ ਵੱਲੋਂ ਨਿਸ਼ਚਿਤ ਸਮੇਂ ਅਨੁਸਾਰ ਕੰਵਰ ਖੜਕ ਸਿੰਘ ਨੇ ਚਿਤਾ ਨੂੰ ਅਗਨੀ ਵਿਖਾਈ ਤੇ ਪੰਜਾਬ ਦਾ ਹਾਕਮ 4 ਰਾਣੀਆਂ ਤੇ 7 ਗੋਲੀਆਂ ਨਾਲ ਖਾਕ ਦੀ ਢੇਰੀ ਬਣ ਗਿਆ। ਬਲਦੀ ਚਿਤਾ ਉੱਪਰ ਆਕਾਸ਼ ਵਿੱਚ ਇੱਕ ਬਦਲੀ ਆ ਗਈ, ਕੁਝ ਕਣੀਆਂ ਵਰੀਆਂ ਤੇ ਮੌਸਮ ਸਾਫ਼ ਹੋ ਗਿਆ। ਹੁਣ ਬਿਨਾਂ ਭਾਣਾ ਮੰਨਣ ਦੇ ਹੋਰ ਕੋਈ ਵੀ ਚਾਰਾ ਨਹੀਂ ਸੀ। ਇਸ ਰੋਣ ਪਿੱਟਣ ਤੇ ਦੁੱਖ ਦੇ ਦ੍ਰਿਸ਼ ਦਾ ਵਰਣਨ ਕਰਦਿਆਂ ਦਿਲ ਨੂੰ ਵਾਂਢ ਪੈਂਦੀ ਹੈ ਤੇ ਮਹਿਲਾਂ ਵਿੱਚ ਹਰ ਉਮਰ, ਲਿੰਗ ਤੇ ਧਰਮ ਦੇ ਲੋਕਾਂ ਤੇ ਰਾਣੀਆਂ ਵਿੱਚ ਵਿਰਲਾਪ ਤੇ ਕੁਰਲਾਹਟ ਮਚੀ ਹੋਈ ਸੀ। ਪੰਜਾਬ ਦੇ ਇਤਿਹਾਸ ਵਿੱਚ ਰਣਜੀਤ ਸਿੰਘ ਵਾਂਗ ਕਿਸੇ ਵਿਅਕਤੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਉਭਾਰਿਆ। ਉਸ ਦੀ ਦਿੱਖ ਵਿੱਚ
ਉਸ ਨੂੰ ਲੋਕਪ੍ਰਿਆ ਬਣਾਉਣ ਵਾਲੀ ਕੋਈ ਗੱਲ ਨਹੀਂ ਸੀ। ਉਸ ਦਾ ਕੱਦ ਦਰਮਿਆਨਾ ਸੀ ਤੇ ਰੰਗ ਸਾਂਵਲਾ ਸੀ। ਉਸ ਦੀ ਲੰਮੀ ਸਫੇਦ ਦਾੜ੍ਹੀ ਤੇ ਚਿਹਰੇ ਉੱਪਰ ਮਾਤਾ ਦੇ ਦਾਗ ਸਨ। ਉਸ ਦੀ ਅੰਨੀ ਅੱਖ ਖੁੱਲ੍ਹੇ ਜ਼ਖਮ ਵਾਂਗ ਸੀ। ਐਮਿਲੀ ਈਡਨ ਨੇ ਲਿਖਿਆ, ਬਾਵਜੂਦ ਉਸ ਦੀ ਪ੍ਰਭਾਵ ਰਹਿਤ ਸ਼ਕਲ ਸੂਰਤ ਦੇ ਉਸ ਦਾ ਚਿਹਰਾ ਸੰਜੀਵ ਤੇ ਪ੍ਰੇਰਨਾਦਾਇਕ ਤੇ ਹੰਸੂ ਕਰਦਾ ਸੀ। ਜਿਹੜੇ ਲੋਕ ਵੀ ਉਸ ਨੂੰ ਮਿਲਦੇ ਉਸ ਦੀ ਘੋਖਵੀਂ ਦਗ ਕਰਦੀ ਬੇਚੈਨ ਅੱਖ ਤੇ ਟਿੱਪਣੀ ਕਰਦੇ। ਫਕੀਰ ਅਜ਼ੀਜ਼ੁੱਦੀਨ, ਜੋ 1831 ਵਿੱਚ ਸ਼ਿਮਲੇ ਵਿੱਚ ਇੱਕ ਪ੍ਰਤੀਨਿਧ ਮੰਡਲ ਦਾ ਨੇਤਾ ਬਣ ਕੇ ਲਾਰਡ ਵਿਲੀਅਮ ਬੈਂਟਿੰਗ ਕੋਲ ਮੁਲਾਕਾਤ ਲਈ ਗਿਆ ਸੀ, ਤਾਂ ਗਵਰਨਰ ਜਨਰਲ ਨੇ ਇੱਕ ਅਧਿਕਾਰੀ ਨੇ ਉਸ ਨੂੰ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਕਾਣੀ ਸੀ। ਫਕੀਰ ਨੇ ਉੱਤਰ ਦਿੱਤਾ, ਉਸਦੇ ਚਿਹਰੇ ਦਾ ਪ੍ਰਤਾਪ ਹੀ ਇਤਨਾ ਹੈ ਕਿ ਮੈਂ ਕਦੇ ਇਹ ਵੇਖਣ ਲਈ ਨਜ਼ਦੀਕ ਹੀ ਨਹੀਂ ਜਾ ਸਕਿਆ। ਬਾਵਜੂਦ ਛੋਟੇ ਕੱਦ ਤੇ ਪਤਲੇ ਸਰੀਰ ਦੇ ਰਣਜੀਤ ਸਿੰਘ ਇਤਨਾ ਮਜ਼ਬੂਤ ਤੇ ਲਚਕੀਲਾ ਸੀ, ਜਿਵੇਂ ਉਹ ਛਾਂਟੇ ਵਾਲੀ ਰੱਸੀ ਦਾ ਬਣਿਆ ਹੋਵੇ। ਉਹ ਇੱਕ ਸਰਵੋਤਮ ਘੋੜਸਵਾਰ ਸੀ। ਘੋੜਸਵਾਰੀ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਆਵੇਗ ਸੀ। ਇਸ ਲਈ ਘੋੜੇ ਦੀ ਸਵਾਰੀ ਕਰਦਾ 10-10 ਘੰਟੇ ਕਾਠੀ ਤੇ ਰਹਿੰਦਾ ਸੀ। ਭਾਵੇਂ ਉਹਦੀ ਸਰੀਰਕ ਬਣਤਰ ਬਹੁਤ ਵਧੀਆ ਸੀ, ਪਰ ਉਹ ਆਪਣੇ ਰੋਗੀ ਹੋਣ ਦੇ ਭਰਮ ਵਹਿਮ ਦਾ ਸ਼ਿਕਾਰ ਸੀ। ਉਹ ਹਰ ਰੋਜ਼ ਹਕੀਮਾਂ ਦੇ ਮਸ਼ਵਰੇ ਲੈਂਦਾ ਰਹਿੰਦਾ ਤੇ ਆਪਣੀਆਂ ਕਲਪਿਤ ਬਿਮਾਰੀਆਂ ਲਈ ਨਸ਼ਿਆਂ ਤੇ ਦਵਾਈਆਂ ਦੇ ਨੁਸਖਿਆਂ ਬਾਰੇ ਪੁੱਛਦਾ ਰਹਿੰਦਾ। ਆਖਰੀ ਉਮਰ ਵਿੱਚ ਉਹ ਅਫੀਮੀ ਹੋ ਗਿਆ ਸੀ, ਪਰ ਬਿਮਾਰੀ ਦੇ ਇਸ ਵਹਿਮ ਦੇ ਕਾਰਨ ਵੀ ਉਸ ਨੂੰ ਮੌਤ ਦਾ ਕੋਈ ਡਰ ਨਹੀਂ ਸੀ। ਉਹ ਹੌਸਲੇ ਵਾਲਾ ਮਨੁੱਖ ਸੀ, ਜੋ ਆਪਣੇ ਸੈਨਿਕਾਂ ਦੀ ਲੜਾਈ ਦੇ ਮੈਦਾਨ ਵਿੱਚ ਮੌਤ ਤੋਂ ਪਰਵਾਹ ਨਾ ਕਰਦਾ ਹੋਇਆ ਖਤਰਿਆਂ ਦਾ ਸਾਹਮਣਾ ਕਰਦਾ। ਇਸ ਵਿਸ਼ੇਸ਼ਤਾ ਕਾਰਨ ਉਸ ਨੂੰ ਸ਼ੇਰੇ ਪੰਜਾਬ ਦੀ ਉਪਾਧੀ ਮਿਲੀ। ਰਣਜੀਤ ਸਿੰਘ ਭਾਵੇਂ ਆਪ ਬਦਸੂਰਤ ਸੀ, ਪਰ ਉਹ ਸੁੰਦਰ ਚੀਜ਼ਾਂ ਦਾ ਪ੍ਰੇਮੀ ਸੀ। ਉਸ ਦੇ ਉਦਾਲੇ ਸੁੰਦਰ ਆਦਮੀਆਂ ਤੇ ਇਸਤਰੀਆਂ ਦਾ ਝੁਰਮਟ ਹੀ ਰਹਿੰਦਾ ਸੀ। ਉਹਦੇ ਕੱਪੜੇ ਅਤਿਅੰਤ ਸਾਦੇ ਹੁੰਦੇ ਸਨ। ਸਿਆਲ ਵਿੱਚ ਉਹ ਕੇਸਰੀ ਕਸ਼ਮੀਰ ਉੱਨ ਦੇ ਕੱਪੜੇ ਪਾਉਂਦਾ ਤੇ ਗਰਮੀ ਦੀ ਰੁੱਤ ਵਿੱਚ ਮਲਮਲ ਦੇ ਕੱਪੜੇ ਪਹਿਨਦਾ। ਪਰ ਉਹ ਆਪਣੇ ਦਰਬਾਰੀਆਂ ਤੇ ਮੁਲਾਕਾਤੀਆਂ ਤੋਂ ਆਸ ਕਰਦਾ ਸੀ ਕਿ ਉਹ ਸ਼ਾਨੋ ਸ਼ੌਕਤ ਨਾਲ ਸ਼ਾਹੀ ਲਿਬਾਸ ਤੇ ਗਹਿਣਿਆਂ ਨਾਲ ਸਜੇ ਹੋਣ। ਉਸ ਦੇ ਕੋਲ ਕਸ਼ਮੀਰੀ ਲੜਕੀਆਂ ਦੀ ਟੋਲੀ ਹੁੰਦੀ ਸੀ, ਜੋ ਸੈਨਿਕਾਂ ਦੇ ਵਸਤਰਾਂ ਵਿੱਚ ਉਹਦੇ ਨਾਲ ਹੀ ਰਸਮੀ ਮੌਕਿਆਂ ਤੇ ਉਹਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਜਾਂਦੀ। ਉਸ ਦੀ ਸੁੰਦਰਤਾ ਪ੍ਰਤੀ ਪ੍ਰਸ਼ੰਸਾ ਮਨੁੱਖਾਂ ਤੱਕ ਹੀ ਸੀਮਿਤ ਨਹੀਂ ਸੀ। ਉਹ ਖੁੱਲ੍ਹੇ ਖੇਤਾਂ ਨੂੰ ਪਿਆਰ ਕਰਦਾ ਸੀ ਤੇ ਸਵੇਰ ਵੇਲੇ ਉਹ ਘੋੜੇ ਦੀ ਅਸਵਾਰੀ ਕਰਕੇ ਦਰਿਆ ਜਾਂ ਕਿਸੇ ਬਾਗ ਵੱਲ ਨਿਕਲ ਜਾਂਦਾ। ਜਦੋਂ ਕਦੇ ਕਾਲੇ ਬੱਦਲ ਆਕਾਸ਼ ਤੇ ਛਾ ਜਾਂਦੇ ਜਾਂ ਵਰਖਾ ਸ਼ੁਰੂ ਹੋ ਜਾਂਦੀ, ਉਹ ਸਭ ਕੰਮ ਬੰਦ ਕਰ ਦਿੰਦਾ ਤੇ ਫਿਰ ਰੰਗ ਰਲੀਆਂ ਤੇ ਜਸ਼ਨ ਮਨਾਉਣ ਵਿੱਚ ਲੱਗ ਜਾਂਦਾ। ਏਕਮ ਦਾ ਚੰਦ ਵੇਖ ਕੇ ਉਹ ਖੁਸ਼ੀ ਨਾਲ ਨੱਚਣ ਲੱਗਦਾ ਤੇ ਉਹਦੇ ਚੜ੍ਹਨ ਤੇ ਉਹ ਤੋਪ ਦੀ ਸਲਾਮੀ ਦੇਣ ਦਾ ਹੁਕਮ ਦੇ ਦਿੰਦਾ। ਮੁਗਲਾਂ ਦਾ ਬਾਗ ਸ਼ਾਲਾਮਾਰ, ਜਿਸ ਦਾ ਨਾਮ ਉਸ ਨੇ ਨਵੇਂ ਸਿਰਿਓਂ ਸ਼ਾਲਾਬਾਗ ਪ੍ਰੇਮੀਆਂ ਦਾ ਬਾਗ ਰੱਖਿਆ ਸੀ, ਉਸ ਦਾ ਮਨਪਸੰਦ ਟਿਕਾਣਾ ਸੀ, ਜਿੱਥੇ ਉਹ ਚੱਲਦੇ ਫੁਹਾਰਿਆਂ ਵਿੱਚ ਆਰਾਮ ਕਰਦਾ, ਸਖਤ ਸ਼ਰਾਬ ਦੇ ਪਿਆਲੇ ਪੀਂਦਾ ਤੇ ਆਪਣੇ ਮਨਪਸੰਦ ਬੰਸਰੀ ਵਾਦਕ ਅਤਕ ਖਾਨ ਨੂੰ ਸੁਣਦਾ ਤੇ ਨਾਚ ਵੇਖਦਾ। ਰਣਜੀਤ ਸਿੰਘ ਮੁੱਢ ਤੋਂ ਹੀ ਇੱਕ ਚੰਗਾ ਉਲਾਸੀ ਸੀ ਤੇ ਉਸ ਨੂੰ ਕਾਮ, ਹਿਰਸ ਦੇ ਨਾਲ ਤਾਕਤ ਦੀ ਲਾਲਸਾ ਵੀ ਕੋਈ ਮੁਸ਼ਕਿਲ ਗੱਲ ਨਹੀਂ ਸੀ। ਜਾਪਦਾ ਹੈ ਜਿਵੇਂ ਕਿਪਲਿੰਗ ਨੇ ਹੇਠ ਲਿਖੀਆਂ ਸਤਰਾਂ ਰਣਜੀਤ ਸਿੰਘ ਲਈ ਲਿਖੀਆਂ ਹੋਣ। ਚੀਜ਼ਾਂ ਸਭ ਤੋਂ ਵੱਧ ਨੇ ਚਾਰ ਮਹਾਨ, ਤੀਵੀਂ ਤਾਕਤ, ਘੋੜਾ ਤੇ ਜੰਗ ਤੂੰ ਜਾਣ। ਪੰਜਾਬੀ ਹਲਕਿਆਂ ਵਿੱਚ ਅੱਜ ਤੱਕ ਰਣਜੀਤ ਸਿੰਘ ਤੇ ਉਹਦੀ ਮੁਸਲਮਾਨ ਪਤਨੀ ਮੋਹਰਾ ਦੀ ਗੱਲਬਾਤ ਬਾਰੇ ਇੱਕ ਕਥਾ ਸੁਣਾਈ ਜਾਂਦੀ ਹੈ। ਮੋਹਰਾ ਨੇ ਮਹਾਰਾਜੇ ਦੀ ਬਦਸੂਰਤੀ ਤੇ ਟਿੱਪਣੀ ਕਰਦਿਆਂ ਪੁੱਛਿਆ, ਤੁਸੀਂ ਉਸ ਸਮੇਂ ਕਿੱਧਰ ਚਲੇ ਗਏ ਸੀ ਜਦੋਂ ਪਰਮਾਤਮਾ ਸੁੰਦਰਤਾ ਤੇ ਸੁਹੱਪਣ ਵੰਡ ਰਿਹਾ ਸੀ? ਰਣਜੀਤ ਨੇ ਉੱਤਰ ਦਿੱਤਾ, ਜਦੋਂ ਤੂੰ ਸੁੰਦਰਤਾ ਪ੍ਰਾਪਤ ਕਰ ਰਹੀ ਸੀ, ਮੈਂ ਸ਼ਕਤੀ ਤੇ ਰਾਜ ਪ੍ਰਾਪਤ ਕਰਨ ਵਿੱਚ ਰੁੱਝਾ ਹੋਇਆ ਸੀ।
ਰਣਜੀਤ ਸਿੰਘ ਨੇ ਕੋਈ ਸਿੱਖਿਆ ਪ੍ਰਾਪਤ ਨਾ ਕੀਤੀ ਤੇ ਅੰਤ ਤੱਕ ਨਿਰਅੱਖਰ ਹੀ ਰਿਹਾ, ਭਾਵ ਅਨਪੜ੍ਹ ਹੀ ਰਿਹਾ। ਪਰੰਤੂ ਉਹ ਵਿਦਵਾਨਾਂ ਦਾ ਕਦਰਦਾਨ ਸੀ ਤੇ ਅਕਬਰ ਵਾਂਗ ਉਸਨੇ ਇਹ ਘਾਟ ਵਿਦਵਾਨਾਂ ਦਾ ਸਾਥ ਮਾਣ ਕੇ ਤੇ ਆਪਣੀ ਗਿਆਨ ਦੀ ਭੁੱਖ ਨੂੰ ਫਿਰਵਾਹੀ ਵਾਂਗ ਘੋਖਵੇਂ ਸਵਾਲ ਪੁੱਛ ਕੇ ਸੰਤੁਸ਼ਟ ਕੀਤਾ। ਫਰਾਂਸੀਸੀ ਜੇਕਮਾ ਨੇ ਲਿਖਿਆ, ਉਹਦੀ ਵਾਰਤਾਲਾਪ ਬਿਪਤਾ ਦੀ ਘੜੀ ਵਾਂਗ ਇੱਕ ਡਰਾਉਣਾ ਸੁਪਨਾ ਹੈ। ਉਹ ਪਹਿਲਾਂ ਘੋਖੀ ਭਾਰਤੀ ਹੈ ਜਿਸ ਨੂੰ ਮੈਂ ਮਿਲਿਆ ਹਾਂ। ਉਸ ਦੀ ਜਗਿਆਸਾ ਸਾਰੀ ਕੌਮ ਦੀ ਬੇਪਰਵਾਹੀ ਤੇ ਕੋਰੇਪਨ ਦੀ ਘਾਟ ਨੂੰ ਪੂਰਾ ਕਰ ਦਿੰਦੀ ਹੈ। ਉਸ ਨੇ ਮੈਨੂੰ ਭਾਰਤ, ਯੂਰਪ, ਬੋਨਾਪਾਰਟ ਤੇ ਇਸ ਜਗਤ ਬਾਰੇ ਆਮ ਕਰਕੇ ਅਗਲੀ ਦੁਨੀਆ, ਨਰਕ, ਸਵਰਗ, ਆਤਮਾ, ਪਰਮਾਤਮਾ, ਸ਼ੈਤਾਨ ਤੇ ਅਨੇਕਾਂ ਹੋਰ ਇਸ ਪ੍ਰਕਾਰ ਦੇ ਸਵਾਲ ਪੁੱਛੇ। ਇਸ ਢੰਗ ਨਾਲ ਰਣਜੀਤ ਸਿੰਘ ਨੂੰ ਸੰਸਾਰ ਦੇ ਵਰਤਾਰਿਆਂ ਤੇ ਮਾਮਲਿਆਂ ਦੀ ਜਾਣਕਾਰੀ ਮਿਲ ਗਈ ਤੇ ਉਸ ਨੂੰ ਫਾਰਸੀ ਦੀ ਬੋਲਚਾਲ ਦਾ ਵੀ ਗਿਆਨ ਪ੍ਰਾਪਤ ਹੋ ਗਿਆ ਸੀ, ਜਿਸ ਵਿੱਚ ਦਰਬਾਰ ਦੀ ਲਿਖਤੀ ਕਾਰਵਾਈ ਹੁੰਦੀ ਸੀ। ਉਸ ਦੇ ਵਿੱਚ ਕੰਮ ਕਰਨ ਦੀ ਸ਼ਕਤੀ ਵੀ ਉਤਨੀ ਹੀ ਸੀ ਜਿਤਨੀ ਚੰਗੀ ਆਨੰਦਦਾਇਕ ਜੀਵਨ ਜਿਉਣ ਦੀ ਤਾਕਤ ਸੀ। ਜਦੋਂ ਪ੍ਰੀਤੀ ਭੋਗ ਖਤਮ ਹੋ ਜਾਂਦੇ ਤੇ ਨਾਚੀਆਂ ਦੇ ਘੁੰਗਰੂ ਛਣਕਣੋਂ ਹਟ ਜਾਂਦੇ ਤਾਂ ਉਹ ਆਪਣੇ ਖੁਆਬ ਗ੍ਰਹਿ ਵਿੱਚ ਜਾਂਦਾ ਤੇ ਕਈ ਘੰਟਿਆਂ ਲਈ ਲੇਖਕਾਂ ਨੂੰ ਪੱਤਰ ਲਿਖਵਾਉਂਦਾ ਰਹਿੰਦਾ, ਜੋ ਸਦਾ ਹੀ ਉੱਥੇ ਹਾਜ਼ਰ ਰਹਿੰਦੇ। ਰਣਜੀਤ ਸਿੰਘ ਵਿੱਚ ਪੰਜਾਬੀ ਸੁਭਾਅ ਦੇ ਸਭ ਗੁਣ ਔਗੁਣ ਸਨ। ਉਹ ਸਧਾਰਨ ਆਦਤਾਂ ਦਾ ਸੁਆਮੀ ਸੀ, ਬੜਬੋਲਾ ਸੀ, ਸਨੇਹ ਭਰਪੂਰ ਸੀ ਤੇ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਸੀ ਉਹਨਾਂ ਪ੍ਰਤੀ ਬਹੁਤ ਉਦਾਰ ਸੀ। ਭਾਵੇਂ ਉਹ ਬਾਦਸ਼ਾਹ ਬਣ ਗਿਆ ਸੀ ਤਾਂ ਵੀ ਉਸ ਦਾ ਆਮ ਲੋਕਾਂ ਨਾਲੋਂ ਸੰਪਰਕ ਨਹੀਂ ਟੁੱਟਿਆ ਤੇ ਨਾ ਹੀ ਕਿਸਾਨਾਂ ਨਾਲ ਉਹਦੀ ਹਮਦਰਦੀ ਘਟੀ, ਜਿਨ੍ਹਾਂ ਵਿੱਚੋਂ ਹੀ ਉਹ ਪੈਦਾ ਹੋਇਆ ਸੀ। ਉਸ ਦੇ ਵਿੱਚ ਇੱਕ ਸਧਾਰਨ ਕਿਸਾਨ ਦੀ ਚਲਾਕੀ ਤੇ ਮਕਾਰੀ ਵੀ ਸੀ ਤੇ ਜੇ ਉਸ ਨੂੰ ਸ਼ੱਕ ਹੋ ਜਾਵੇ ਕਿ ਉਹ ਵੈਰੀ ਨਾਲ ਛਲ ਕਰਨ ਲਈ ਕਿਸੇ ਵੀ ਢੰਗ ਨੂੰ ਗਲਤ ਨਹੀਂ ਸਮਝਦਾ ਸੀ, ਉਹ ਉਹਨਾਂ ਲੋਕਾਂ ਨੂੰ ਮਾਫ਼ ਕਰ ਦਿੰਦਾ ਸੀ ਜਿਨ੍ਹਾਂ ਨੇ ਉਸ ਨੂੰ ਨੁਕਸਾਨ ਪਹੁੰਚਾਇਆ ਹੁੰਦਾ ਸੀ ਤੇ ਉਹ ਉਹਨਾਂ ਲੋਕਾਂ ਨੂੰ ਮੁੜ ਕੇ ਬਹਾਲ ਕਰ ਦਿੰਦਾ ਸੀ ਜਿਨ੍ਹਾਂ ਉੱਪਰ ਉਸ ਨੇ ਜਿੱਤ ਪ੍ਰਾਪਤ ਕੀਤੀ ਹੁੰਦੀ ਸੀ। ਉਹ ਸਜ਼ਾ ਦੇਣ ਤੋਂ ਨਫ਼ਰਤ ਕਰਦਾ ਸੀ। ਉਸ ਨੇ ਸਾਰੀ ਉਮਰ ਵਿੱਚ ਇੱਕ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ। ਉਹ ਜਨੂਨੀ ਅਕਾਲੀ ਨੂੰ ਵੀ, ਜਿਸ ਨੇ ਉਸ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਾਰਨ ਰਣਜੀਤ ਸਿੰਘ ਨੂੰ ਜ਼ਿਆਦਾ ਸਫਲਤਾ ਮਿਲੀ, ਉਹ ਉਸ ਦਾ ਦੂਸਰੇ ਧਰਮਾਂ ਪ੍ਰਤੀ ਸਤਿਕਾਰ ਸੀ। ਉਹ ਇੱਕ ਸ਼ਰਧਾਵਾਨ ਸਿੱਖ ਸੀ ਤੇ ਉਹ ਬ੍ਰਾਹਮਣਾਂ ਦੇ ਪਾਏ ਵਹਿਮਾਂ ਵਿੱਚ ਫਸਿਆ ਰਹਿੰਦਾ ਸੀ। ਉਸ ਨੂੰ ਹਿੰਦੂਆਂ ਦੇ ਮੰਦਰਾਂ ਵਿੱਚ ਜਾ ਕੇ ਪੂਜਾ ਪਾਠ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਸੀ। ਉਹ ਸਦਾ ਹੀ ਜੋਤਸ਼ੀਆਂ, ਨਜੂਮੀਆਂ, ਪਖੰਡੀਆਂ ਤੇ ਹੋਰ ਇਸ ਤਰ੍ਹਾਂ ਦੇ ਲੋਕਾਂ ਨਾਲ ਘਿਰਿਆ ਰਹਿੰਦਾ ਸੀ ਜਿਨ੍ਹਾਂ ਉੱਪਰ ਵਿਸ਼ਵਾਸ ਕਰਨ ਬਾਰੇ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਸਖਤ ਮਨਾਹੀ ਹੈ। ਉਹ ਇਸੇ ਤਰ੍ਹਾਂ ਹੀ ਇਸਲਾਮ ਦਾ ਸਤਿਕਾਰ ਕਰਦਾ ਸੀ ਤੇ ਉਹ ਅਕਾਲੀਆਂ ਦੇ ਇਸਲਾਮ ਪ੍ਰਤੀ ਵਿਰੋਧੀ ਵਿਚਾਰਾਂ ਦਾ ਵਿਰੋਧ ਵੀ ਕਰਦਾ ਸੀ। ਕਿਹਾ ਜਾਂਦਾ ਹੈ ਕਿ ਇੱਕ ਖੁਸ਼ਨਵੀਸ, ਸੁੰਦਰ ਲਿਖਾਈ ਵਾਲਾ, ਜਿਸ ਨੇ ਆਪਣੀ ਉਮਰ ਦਾ ਕੁਝ ਹਿੱਸਾ ਕੁਰਾਨ ਦਾ ਇੱਕ ਉਤਾਰਾ ਕਰਨ ਵਿੱਚ ਲਾਇਆ ਸੀ, ਲਾਹੌਰ ਆਇਆ। ਉਹ ਭਾਰਤ ਦੇ ਮੁਸਲਮਾਨ ਹਾਕਮਾਂ ਕੋਲ ਆਪਣੀ ਹੀ ਕਿਰਤ ਵੇਚਣ ਵਿੱਚ ਅਸਫਲ ਰਿਹਾ ਸੀ। ਰਣਜੀਤ ਸਿੰਘ ਨੇ ਉਸ ਉਤਾਰੇ ਦੀ ਬਹੁਤ ਜ਼ਿਆਦਾ ਕੀਮਤ ਅਦਾ ਕੀਤੀ ਸੀ। ਜਦੋਂ ਫਕੀਰ ਅਜੀਜ਼ੁੱਦੀਨ ਨੇ ਮਹਾਰਾਜੇ ਦੀ ਦਰਿਆਦਿਲੀ ਦੀ ਪ੍ਰਸ਼ੰਸਾ ਕੀਤੀ ਤਾਂ ਮਹਾਰਾਜੇ ਨੇ ਕਿਹਾ ਕਿ ਪਰਮਾਤਮਾ ਦੀ ਰਜ਼ਾ ਸੀ ਕਿ ਮੈਂ ਸਭ ਨੂੰ ਇੱਕੋ ਅੱਖ ਨਾਲ ਵੇਖਾਂ। ਇਹੋ ਕਾਰਨ ਹੈ ਕਿ ਉਸ ਨੇ ਮੇਰੀ ਦੂਸਰੀ ਅੱਖ ਦੀ ਰੋਸ਼ਨੀ ਖੋਹ ਲਈ। ਉਹਦਾ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਸੀ ਤੇ ਉਸ ਦਾ ਵਿਦੇਸ਼ ਮੰਤਰੀ ਫਕੀਰ ਅਜੀਜ਼ੁੱਦੀਨ ਇੱਕ ਮੁਸਲਮਾਨ ਸੀ ਤੇ ਉਹਦਾ ਵਿੱਤ ਮੰਤਰੀ ਦੀਨਾਨਾਥ ਇੱਕ ਬ੍ਰਾਹਮਣ ਸੀ। ਸਿੱਖ ਸਰਦਾਰਾਂ ਤੇ ਹਿੰਦੂਆਂ ਵਿੱਚ ਜਿਨ੍ਹਾਂ ਦੀ ਗਿਣਤੀ ਅਧਿਕ ਸੀ, ਪ੍ਰਭਾਵਸ਼ਾਲੀ ਤੇ ਅਸਲ ਰਸੂਖ ਵਾਲੇ ਮੁਸਲਮਾਨ ਅਜੀਜ਼ੁੱਦੀਨ ਤੇ ਉਹਦੇ ਭਰਾ ਨੂਰ ਉਦ-ਦੀਨ ਤੇ ਇਮਾਮ-ਉਦ-ਦੀਨ, ਤੋਪਖਾਨੇ ਦਾ ਮੁਖੀ ਮੀਆਂ ਗੌਂਸਾ ਤੇ ਉਹਦਾ ਪੁੱਤਰ ਸੁਲਤਾਨ ਮੁਹੰਮਦ, ਜਨਰਲ ਇਲਾਹੀ ਬਖਸ਼ ਤੇ ਕਈ ਹੋਰ ਤੇ ਮੁਲਤਾਨ ਦੇ ਮਰਹੂਮ ਨਵਾਬ ਦੇ ਪੁੱਤਰ ਸਰਫਰਾਜ਼ ਖਾਂ
ਤੇ ਜਲ ਫਿਕਰ ਖਾਂ ਤੇ ਟਿਵਾਣਾ ਸਰਦਾਰ ਖੁਦਾਯਾਰ ਪਿਆਰ ਨਾਲ ਘੁਲ ਮਿਲ ਕੇ ਰਹਿੰਦੇ ਸਨ। ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਦਾ ਜ਼ਬਰਦਸਤੀ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ ਸੀ। ਬੀਬੀ ਮੋਹਰਾ, ਗੁਲਬਹਾਰ ਬੇਗਮ ਤੇ ਹੋਰਨਾਂ ਜਿਹੜੀਆਂ ਮੁਸਲਮਾਨ ਇਸਤਰੀਆਂ ਨਾਲ ਉਸਨੇ ਵਿਆਹ ਕੀਤਾ, ਉਹ ਸਾਰੀਆਂ ਆਪਣੇ ਧਰਮ ਦੀਆਂ ਅਨੁਯਾਈ ਰਹੀਆਂ। ਮੋਹਰਾ ਨੇ ਤਾਂ ਸਗੋਂ ਇੱਕ ਹਿੰਦੂ ਨੌਕਰ ਨੂੰ ਮੁਸਲਮਾਨ ਬਣਾ ਕੇ ਬਲਵਾ ਹੀ ਕਰਵਾ ਦਿੱਤਾ ਸੀ। ਉਸ ਨੇ ਮਸਜਿਦਾਂ ਦੀ ਮੁਰੰਮਤ ਲਈ ਬਹੁਤ ਸਾਰਾ ਧਨ ਖਰਚਿਆ। ਉਸ ਦੀਆਂ ਹਿੰਦੂ ਪਤਨੀਆਂ ਵੀ ਆਪਣੇ ਦੇਵੀ ਦੇਵਤਿਆਂ ਦੀ ਉਪਾਸਨਾ ਕਰਦੀਆਂ ਰਹੀਆਂ। ਇਸ ਵਤੀਰੇ ਤੇ ਵਰਤਾਰੇ ਨਾਲ ਉਹਦੀ ਸਾਰੀ ਪਰਜਾ ਉਸ ਪ੍ਰਤੀ ਵਫਾਦਾਰ ਰਹੀ। ਇਸ ਨਾਲ ਮੁੜ ਸੁਰਜੀਤ ਹੋ ਰਹੀ ਪ੍ਰਭਾਵਸ਼ਾਲੀ ਰਾਸ਼ਟਰਵਾਦੀ ਭਾਵਨਾ ਪੰਜਾਬੀ ਸਾਮਰਾਜ ਦਾ ਸ਼ਕਤੀਸ਼ਾਲੀ ਹਥਿਆਰ ਬਣਨ ਵਿੱਚ ਸਹਾਈ ਹੋਈ, ਜਿਸ ਕਾਰਨ ਇਸ ਨੇ ਰਣਜੀਤ ਸਿੰਘ ਦੀ ਮੌਤ ਦੇ ਥੋੜ੍ਹੇ ਸਮੇਂ ਪਿੱਛੋਂ ਹੀ ਪਹਾੜਾਂ ਦੀਆਂ ਸੀਮਾਵਾਂ ਨੂੰ ਜਾ ਛੋਹਿਆ। ਪੰਜਾਬੀ ਦਰਬਾਰ ਦਾ ਝੰਡਾ ਕਰਨਲ ਸ਼ੇਖ ਵਸਾਵਾ ਤੇ ਮੁਸਲਮਾਨ ਸੈਨਿਕਾਂ ਨੇ ਕਾਬਲ ਦੇ ਵਿਜੇ ਮੈਦਾਨ ਵਿੱਚ ਜਾ ਗੱਡਿਆ। ਸਾਲ ਮਗਰੋਂ ਡੋਗਰਾ ਜ਼ੋਰਾਵਰ ਸਿੰਘ ਨੇ ਹਿਮਾਲਿਆ ਦੇ ਪਾਰ ਮੁੜ ਜਿੱਤਾਂ ਸ਼ੁਰੂ ਕੀਤੀਆਂ। ਇਸ ਤਰ੍ਹਾਂ ਗੁਜਰਾਂਵਾਲੇ ਦੇ ਆਲੇ ਦੁਆਲੇ ਦੀ ਛੋਟੀ ਜਿਹੀ ਮਿਸਲ ਜਾਂ ਰਿਆਸਤ 2 ਲੱਖ ਵਰਗ ਮੀਲ ਵਿੱਚ ਫੈਲ ਗਈ, ਜਿਸ ਦੀ ਸਾਲਾਨਾ ਆਮਦਨ 3 ਕਰੋੜ ਰੁਪਏ ਤੋਂ ਉੱਪਰ ਸੀ ਤੇ ਉਸ ਕੋਲ ਏਸ਼ੀਆ ਭਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੇ ਅਨੁਸ਼ਾਸਿਤ ਸੈਨਾ ਸੀ। ਰਣਜੀਤ ਸਿੰਘ ਨੇ ਆਪਣੀਆਂ ਸਫਲਤਾਵਾਂ ਤੇ ਪ੍ਰਾਪਤੀਆਂ ਦਾ ਸਾਰ ਹੇਠ ਲਿਖੇ ਸ਼ਬਦਾਂ ਵਿੱਚ ਦਿੱਤਾ ਹੈ। ਮੇਰੀ ਬਾਦਸ਼ਾਹੀ ਇੱਕ ਮਹਾਨ ਬਾਦਸ਼ਾਹੀ ਹੈ। ਪਹਿਲਾਂ ਇਹ ਨਿੱਕੀ ਜਿਹੀ ਸੀ, ਹੁਣ ਇਹ ਵੱਡੀ ਤੇ ਵਿਸ਼ਾਲ ਹੈ। ਪਹਿਲਾਂ ਇਹ ਛਿੰਨ ਭਿੰਨ, ਟੁੱਟੀ ਭੱਜੀ ਤੇ ਵੰਡੀ ਵਿਹਾਜੀ ਹੋਈ ਸੀ, ਹੁਣ ਇਹ ਬਿਲਕੁਲ ਸੰਗਠਿਤ ਹੈ। ਇਸ ਨੂੰ ਹੋਰ ਉੱਨਤ ਤੇ ਪ੍ਰਫੁੱਲਤ ਹੋਣਾ ਚਾਹੀਦਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਇਸ ਤਰ੍ਹਾਂ ਸੰਪੂਰਨ ਤੇ ਸੰਗਠਿਤ ਰੂਪ ਵਿੱਚ ਮਿਲਣੀ ਚਾਹੀਦੀ ਹੈ। ਤੈਮੂਰ ਦੇ ਸਿਧਾਂਤਾਂ ਤੇ ਨੇਮਾਂ ਨੇ ਮੇਰੀ ਅਗਵਾਈ ਕੀਤੀ ਹੈ। ਜਿਵੇਂ ਉਹ ਐਲਾਨ ਕਰਦਾ ਸੀ ਤੇ ਹੁਕਮ ਦਿੰਦਾ ਸੀ, ਮੈਂ ਵੀ ਉਵੇਂ ਹੀ ਕੀਤਾ ਹੈ। ਮੈਂ ਇਹ ਰਾਜ ਭਾਗ ਵਾਹਿਗੁਰੂ ਦੀ ਮਿਹਰ ਤੇ ਉਹਦੇ ਬਖਸ਼ੇ ਹੋਏ ਬਲ ਤੇ ਬੁੱਧੀ ਰਾਹੀਂ ਫਤਿਹ ਕੀਤਾ ਹੈ। ਮੈਂ ਆਪਣੀ ਹਕੂਮਤ ਨੂੰ ਉਦਾਰਤਾ, ਜ਼ਬਤ ਤੇ ਨੀਤੀ ਨਾਲ ਬਾਕਾਇਦਾ ਤੇ ਸੰਗਠਿਤ ਬਣਾਇਆ ਹੈ। ਮੈਂ ਦਲੇਰ ਲੋਕਾਂ ਨੂੰ ਇਨਾਮ ਦਿੱਤੇ ਹਨ, ਯੋਗਤਾ ਨੂੰ ਜਿੱਥੇ ਤੇ ਜਦੋਂ ਵੀ ਉਹ ਨਜ਼ਰ ਆਈ ਹੈ ਉਤਸ਼ਾਹਿਤ ਕੀਤਾ ਹੈ ਤੇ ਰਣ ਭੂਮੀ ਵਿੱਚ ਸੂਰਬੀਰਾਂ ਨੂੰ ਵਡਿਆਇਆ ਹੈ। ਮੈਂ ਸਭ ਖਤਰਿਆਂ ਤੇ ਥਕੇਵਿਆਂ ਵਿੱਚ ਆਪਣੀ ਫੌਜ ਦੇ ਅੰਗ ਸੰਗ ਰਿਹਾ ਹਾਂ। ਮੈਂ ਪੱਖਪਾਤੀ ਰੁਚੀ ਨੂੰ ਨਾ ਮੰਤਰੀ ਮੰਡਲ ਵਿੱਚ ਤੇ ਨਾ ਹੀ ਕਦੇ ਰਣ ਭੂਮੀ ਵਿੱਚ ਆਪਣੇ ਹਿਰਦੇ ਅੰਦਰ ਦਾਖਲ ਹੋਣ ਦਿੱਤਾ ਹੈ। ਮੈਂ ਆਪਣੀ ਸੁਖ ਸੁਵਿਧਾ ਵੱਲੋਂ ਸਦਾ ਬੇਧਿਆਨ ਰਿਹਾ ਹਾਂ ਤੇ ਸ਼ਹਿਨਸ਼ਾਹੀ ਖਿਲਤ ਪਹਿਨਣ ਦੇ ਨਾਲ ਨਾਲ ਮੈਂ ਲੋਕਾਂ ਲਈ ਚਿੰਤਾ ਤੇ ਖਬਰਦਾਰੀ ਦਾ ਵੇਸ ਹੁਸ਼ਿਆਰੀ ਨਾਲ ਪਹਿਨਿਆ ਹੈ। ਮੈਂ ਫਕੀਰੀ ਤੇ ਧਰਮੀ ਪੁਰਸ਼ਾਂ ਦੀ ਸੇਵਾ ਕਰਦਾ ਰਿਹਾ ਹਾਂ ਤੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰਦਾ ਰਿਹਾ ਹਾਂ। ਮੈਂ ਦੋਸ਼ੀਆਂ ਨੂੰ ਵੀ ਨਿਰਦੋਸ਼ਾਂ ਵਾਂਗ ਹੀ ਬਖਸ਼ ਦਿੰਦਾ ਰਿਹਾ ਹਾਂ ਅਤੇ ਜਿਹੜੇ ਬੰਦਿਆਂ ਨੇ ਮੇਰੀ ਜਾਤ ਵਿਰੁੱਧ ਵੀ ਹੱਥ ਉਠਾਇਆ, ਉਹਨਾਂ ਉੱਪਰ ਮੈਂ ਵੀ ਦਇਆ ਕੀਤੀ ਹੈ। ਸ਼੍ਰੀ ਅਕਾਲ ਪੁਰਖ ਜੀ ਆਪਣੇ ਸੇਵਕ ਉੱਤੇ ਇਸੇ ਤਰ੍ਹਾਂ ਦਿਆਲੂ ਰਹੇ ਹਨ ਤੇ ਇੱਥੋਂ ਤੱਕ ਕਿ ਉਸ ਦੇ ਰਾਜ ਦਾ ਵਿਸਥਾਰ ਹੁਣ ਚੀਨ ਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਤੱਕ ਹੋ ਗਿਆ ਹੈ ਤੇ ਇਸ ਵਿੱਚ ਸਤਲੁਜੋਂ ਪਾਰ ਦੀਆਂ ਉਪਜਾਊ ਬਸਤੀਆਂ ਵੀ ਸ਼ਾਮਿਲ ਹਨ। ਅੱਜ ਅਸੀਂ ਇਸ ਕਿਤਾਬ ਦੇ 284 ਪੰਨੇ ਪੜ੍ਹ ਚੁੱਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।